ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾ ਧਰਤੀ ਭਈ ਹਰਿਆਵਲੀ, ਜਿਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੁਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ, ਤਿਨਾ ਲਏ ਛਡਾਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹਾਜ਼ਰਾ ਹਜ਼ੂਰ, ਜ਼ਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਬਰਦੋ ਆਲਮ ਸ਼ਾਹ, ਸੁੱਖਾਂ ਦੇ ਖਜ਼ਾਨੇ, ਦੁੱਖਾਂ ਦੇ ਮਿਟਨਹਾਰ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ, ਜਗਤ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਅਗਮੀ ਖਜ਼ਾਨੇ, ਅਗਮੀ ਭੰਡਾਰ ਦੇ ਆਪ ਦਾਤੇ, ਪੂਰਨ ਪਾਰ ਬ੍ਰਹਮ ਪਰਮੇਸ਼ਵਰ ਦੇ ਸੱਚੇ ਦਰਬਾਰ ਸੱਚਖੰਡ ਤੋਂ ਬਖਸ਼ਿਸ਼ਾਂ ਲੈ ਕੇ ਇਸ ਧਰਤੀ ਨੂੰ ਵੰਡਣ ਵਾਸਤੇ ਆਏ। ਤੇ ਇਉਂ ਕਹਿ ਲਈਏ ਕਿ ਆਪ ਨਾਰਾਇਣ ਦਾ ਹੀ ਰੂਪ, ਜੋ ਬਾਣੀ ਕਹਿੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਦਿਵਸ, ਉਹਨਾਂ ਦਾ ਆਮਦ ਦਿਵਸ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਵਸ, ਜਿਹੜਾ ਇਸ ਧਰਤੀ ਨੂੰ ਤਾਰਨ ਵਾਸਤੇ ਆਏ, ਕੁੱਲ ਕਾਇਨਾਤ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਦ੍ਰਿੜ ਕਰਾਉਣ ਵਾਸਤੇ ਆਏ ਤੇ ਚੰਗੀ ਜੀਵਨ ਜਾਚ ਦੇਣ ਵਾਸਤੇ ਆਏ। ਐਸੇ ਦੀਨ ਦਿਆਲ, ਐਸੇ ਸੁੱਖਾਂ ਦੇ ਖਜ਼ਾਨੇ, ਐਸੇ ਪ੍ਰਕਾਸ਼ ਵੇਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਟਾ ਜੰਕਸ਼ਨ 2 ਦਿਨ ਦੇ ਇਹ ਲੜੀਵਾਰ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹੋ। ਅੱਜ ਪਹਿਲੇ ਦਿਨ ਦੀ ਸਮਾਗਮ ਦੀ ਸ਼ੁਰੂਆਤ ਹੈ। ਆਪ ਸੰਗਤਾਂ ਨੂੰ ਜਿਉਂ ਆਇਆਂ ਨੂੰ। ਆਓ ਜੀ ਲੜੀ ਆਰੰਭ ਕਰੀਏ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ। ਤੇ ਲੜੀ ਆਰੰਭ ਕਰਨ ਤੋਂ ਪਹਿਲਾਂ ਦਾਸ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਜਿਹੜੀ ਇਸ ਧਰਤੀ ਦੀ, ਜਿਹੜੀ ਇਸ ਧਰਤੀ ਦੇ ਲੋਕਾਂ ਦੀ, ਇਸ ਧਰਤੀ ਦੇ ਖਿੱਤੇ ਉੱਤੇ ਵਸਣ ਵਾਲੀ ਰਾਜਸੀ, ਧਾਰਮਿਕ ਤੇ ਖਾਸ ਕਰਕੇ ਸਮਾਜਿਕ ਜਿਹੜੀ ਦਸ਼ਾ ਸੀ, ਉਹਦੇ ਬਾਰੇ ਵਿਚਾਰ ਕਰੀਏ। ਤੇ ਪ੍ਰਕਾਸ਼ ਕੱਲ ਨੂੰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਕੁੱਲ ਕਾਇਨਾਤ ਦੇ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਮਨਾਉਣਾ। ਸੋ ਪ੍ਰਕਾਸ਼ ਦੀ
ਅਸੀਂ ਕਥਾ ਕੱਲ ਨੂੰ ਕਰਾਂਗੇ। ਅੱਜ 2 ਦਿਨ ਦੇ ਦੀਵਾਨ ਸਵੇਰ ਤੇ ਸ਼ਾਮ ਦੇ, ਅੱਜ ਦੇ ਦੀਵਾਨਾਂ ਦੇ ਵਿੱਚ ਸਤਿਗੁਰ ਜੀ ਦੀ ਆਮਦ ਵੇਲੇ ਜਿਹੜੀ ਹਾਲਤ ਸੀ ਇਸ ਦੇਸ਼ ਦੀ, ਉਹ ਬਾਣੀ ਵਿੱਚੋਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ, ਤੇ ਰਾਤ ਦੇ ਸਮਾਗਮ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੋਹਿਲੇ ਉਸਤਤ ਕਿਉਂ ਲੋੜ ਪਈ, ਕਿਹੜੀ ਪੁਕਾਰ ਕਰਕੇ ਗੁਰੂ ਨਾਨਕ ਸਾਹਿਬ ਆਏ। ਸੋ ਆਓ ਜੀ, ਇਹ ਹਾਜ਼ਰੀਆਂ ਸਤਿਗੁਰ ਜੀ ਆਪ ਵਿੱਚ ਵਰਤ ਕੇ ਪ੍ਰਵਾਉਣ, ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਕਾਗਰ ਚਿੱਤ ਦੀ ਦਾਤ ਬਖਸ਼ਣ। ਆਪ ਰੱਖੋ ਸਿਰ ਤੇ ਮੇਰ ਭਰਿਆ ਹੱਥ, ਮਨੋਬਿਰਤੀਆਂ ਕਰੋ ਇਕਾਗਰ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਨ ਕਰਕੇ ਇਸਤਿਕਬਾਲ ਕਰੀਏ, ਮਨ ਕਰਕੇ ਉਹਨਾਂ ਦੇ ਚਰਨਾਂ ਤੇ ਨਮਨ ਕਰੀਏ ਔਰ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਪਣੇ ਲਫ਼ਜ਼ਾਂ ਦੇ ਵਿੱਚ ਇਸ ਧਰਤੀ ਤੇ ਭਾਵੇਂ ਸੋਸ਼ਲ ਕੰਡੀਸ਼ਨ ਹੋਏ, ਭਾਵੇਂ ਉਹ ਰਿਲੀਜੀਅਸ ਹੋਏ ਤੇ ਭਾਵੇਂ ਉਹ ਪੋਲੀਟੀਕਲ ਹੋਏ, ਤਿੰਨੋਂ ਰਾਜਸੀ, ਜਿਹਨੂੰ ਅਸੀਂ ਰਾਜਨੀਤਿਕ ਕਹਿੰਦੇ ਹਾਂ, ਸਮਾਜਿਕ ਸੋਸ਼ਲ, ਤੇ ਜਿਹਨੂੰ ਅਸੀਂ ਤੀਸਰਾ ਧਾਰਮਿਕ ਰਿਲੀਜੀਅਸ ਕਹਿੰਦੇ ਹਾਂ, ਇਹ ਤਿੰਨੋਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀਤਾ। ਆਓ ਜੀ ਪਹਿਲੇ ਧਰਮ ਦੀ ਬਾਤ ਪਾਈਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਕਿਸ ਰੂਪ ਦੇ ਵਿੱਚ ਹੋਈ, ਕਿਉਂ ਹੋਈ? ਕਦੀ ਇਹ ਸੋਚਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਪਾਰ ਬ੍ਰਹਮ ਪਰਮੇਸ਼ਵਰ ਦੇ ਦਰ ਤੋਂ ਇਹ ਬਖਸ਼ਿਸ਼ ਦੇਣੀ, ਆਪ ਨਾਰਾਇਣ ਦਾ ਰੂਪ ਧਾਰ ਕੇ ਇੱਥੇ ਆਉਣਾ, ਕੀ ਲੋੜ ਪਈ? ਤੇ ਉਹਦੇ ਵਾਸਤੇ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਇਸ ਧਰਤੀ ਦੇ ਜ਼ਰਰੇ ਜ਼ਰਰੇ ਨੇ, ਇਸ ਧਰਤੀ ਤੇ ਵਸਣ ਵਾਲੇ ਨਾ ਸਿਰਫ ਜੀਆਂ ਨੇ, ਇਸ ਧਰਤੀ ਤੇ ਵਸਣ ਵਾਲੇ ਜਿੰਨੇ ਵੀ ਜੀ ਜੰਤ ਨੇ, ਗਿਰਮੇਰ ਨੇ, ਸਭ ਨੇ ਪੁਕਾਰ ਕੀਤੀ ਕਿ ਇਹ ਧਰਤੀ ਦੇ ਉੱਤੇ ਪਾਪ ਦੀ ਅੱਗ ਇੰਨੀ ਬਲ ਗਈ ਹੈ ਕਿ ਜਿਹਨੂੰ ਇਹ ਧਰਤੀ ਤੇ, ਇਸ ਧਰਤੀ ਦੀ ਲੁਕਾਈ, ਇਸ ਧਰਤੀ ਦੇ ਜੀ ਜੰਤ ਬਰਦਾਸ਼ਤ ਨਹੀਂ ਕਰ ਸਕਦੇ। ਉਸ ਪੁਕਾਰ ਨੂੰ ਸੁਣਦਿਆਂ, ਸੁਣੀ ਪੁਕਾਰ ਦਾਤਾਰ ਪ੍ਰਭ, ਜਪੋ ਜੀ ਸੁਣੀ ਪੁਕਾਰ ਦਾਤਾਰ ਪ੍ਰਭ। ਪ੍ਰਭੂ ਨੇ ਇਹ ਪੁਕਾਰ ਸੁਣੀ ਹੈ ਧਰਤੀ ਦੀ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਧੰਨ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਤਾਂ ਆਏ ਕਿਉਂਕਿ ਇਸ ਧਰਤੀ ਦੀ ਪੁਕਾਰ ਸੀ ਤੇ ਇਹ ਪੁਕਾਰ ਪ੍ਰਭੂ ਨੇ ਸੁਣੀ। ਇਸ ਧਰਤੀ ਨੇ ਪੁਕਾਰ ਕੀਤੀ, ਵਣ ਤ੍ਰਿਣ ਨੇ ਪੁਕਾਰ ਕੀਤੀ। ਇਸ ਧਰਤੀ ਤੇ ਵਸਣ ਵਾਲੇ ਧਾਰਮਿਕ ਲੋਕਾਂ ਤੇ ਆਮ ਲੋਕਾਂ ਨੇ ਰਾਜਸੀ ਤਾਕਤ ਤੋਂ ਪਰੇਸ਼ਾਨ ਹੋ ਕੇ ਪੁਕਾਰ ਕੀਤੀ। ਤੇ ਉਹ ਤਾਕਤ ਕੀ ਸੀ? ਉਹ ਧੱਕਾ ਕੀ ਸੀ? ਧਾਰਮਿਕ। ਤੇ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਬਚਨ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਹਜੇ ਪ੍ਰਕਾਸ਼ ਦੀ ਗੱਲ ਨਹੀਂ, ਪ੍ਰਕਾਸ਼ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਇਸ ਧਰਤੀ ਤੇ ਇਹ 3 ਧਰਮ ਸਨ, 3 ਵਿਸ਼ਵਾਸ ਸਨ। ਪਹਿਲਾ ਇਸਲਾਮੀ ਵਿਸ਼ਵਾਸ, ਦੂਸਰਾ ਬ੍ਰਾਹਮਣੀ ਵਿਸ਼ਵਾਸ ਜਿਹਨੂੰ ਅਸੀਂ ਸਨਾਤਨੀ ਕਹਿੰਦੇ ਹਾਂ, ਤੇ ਤੀਸਰਾ ਜੋਗ ਦੀ ਜੁਗਤ, ਜੋਗ ਸਾਧਨਾ, ਸਿੱਧ ਜੋਗ। ਇਹ ਬਹੁਤ ਪ੍ਰਪੰਚ ਸੀ, ਇਹ ਬਹੁਤ ਇਸ ਧਰਤੀ ਤੇ ਫੈਲਿਆ ਹੋਇਆ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਕਿ ਮੁਹੰਮਦ ਸਾਹਿਬ ਜੀ ਦੇ ਜਾਣ ਤੋਂ ਬਾਅਦ ਭਾਵੇਂ 4 ਖਲੀਫੇ ਆਏ, ਅਬੂ ਬਕਰ, ਅਬੂ ਅਲੀ, ਜਾਂ ਉਹਨਾਂ ਦੇ ਬਾਅਦ ਉਹਨਾਂ ਦੀ ਸਾਰੀ ਜਿਹੜੀ ਲੇਵਾ ਦੇਵੀ ਜਾਂ ਸਮਾਜ ਦੇ ਵਿੱਚ ਜਸਟੀਫਿਕੇਸ਼ਨ ਕਰਨ ਦੀ ਜਿਹੜੀ ਇੱਕ ਮਰਿਆਦਾ ਸੀ, ਉਹ ਮੁਹੰਮਦ ਸਾਹਿਬ ਤੋਂ ਬਾਅਦ ਖਲੀਫਿਆਂ ਕੋਲ ਆਈ। ਪਰ ਖਲੀਫਿਆਂ ਤੋਂ ਬਾਅਦ ਇਸਲਾਮ ਧਰਮ ਦੇ ਵਿੱਚ ਫੈਸਲੇ ਕਰਨ ਦੀ ਜਿਹੜੀ ਜੁਗਤ, ਨਾ ਉਹ ਮੁੱਲੇ ਕੋਲ ਆਈ, ਨਾ ਉਹ ਹਾਫਿਜ਼ ਕੋਲ ਆਈ। ਜੇ ਉਹ ਆਈ ਤੇ ਕਾਜ਼ੀ ਕੋਲ ਆਈ। ਕਾਜ਼ੀ ਤੇ ਮੁੱਲਾ ਦੇ ਵਿੱਚ ਫਰਕ ਹੈ, ਔਰ ਬਾਣੀ ਗੁਰੂ ਨਾਨਕ ਸਾਹਿਬ ਆਪ ਦੱਸਦੇ ਨੇ ਕਾਜ਼ੀ ਤੇ ਮੁੱਲਾ ਦੇ ਵਿੱਚ ਫਰਕ ਕੀ ਹੈ। ਮੁੱਲਾ ਉਹ ਹੈ ਜਿਹੜਾ ਸਿਰਫ ਮਸੀਤ ਦੇ ਵਿੱਚ ਚੜ੍ਹ ਕੇ ਅਜ਼ਾਨ ਦੇਗਾ 5 ਵਕਤ ਦੀ, ਜਿਹਨੂੰ ਤੁਸੀਂ ਸੁਣਦੇ ਹੋ ਮਸੀਤ ਵਿੱਚੋਂ ਅਜ਼ਾਨ 5 ਵਕਤ ਦੀ ਆਵਾਜ਼ ਜਿਹੜੀ ਉਹ ਬੋਲਦੇ ਨੇ। ਇਹ ਕੰਮ ਕਾਜ਼ੀ ਦਾ ਨਹੀਂ ਹੈ, ਇਹ ਹਾਫਿਜ਼ ਦਾ ਨਹੀਂ ਹੈ, ਤੇ ਇਹ ਰਸੂਖ ਦਾ ਵੀ ਨਹੀਂ ਹੈ। ਇਹ ਕੰਮ ਹੈ ਸਿਰਫ ਮੁੱਲੇ ਦਾ। ਪਰ ਕਾਜ਼ੀ ਕੌਣ ਨੇ? ਕਾਜ਼ੀ ਉਹ ਨੇ ਜਿਨ੍ਹਾਂ ਨੇ ਅਜ਼ਾਨ ਨਹੀਂ ਦੇਣੀ। ਕਾਜ਼ੀ ਉਹ ਨੇ ਜਿਨ੍ਹਾਂ ਨੇ ਇਸਲਾਮ ਧਰਮ ਦੇ ਵਿੱਚ ਹੋਣ ਵਾਲੇ ਝਗੜੇ, ਹੋਣ ਵਾਲੇ ਊਚ ਨੀਚ ਦੇ ਫੈਸਲੇ ਕਰਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੁਹੰਮਦ ਸਾਹਿਬ ਤੱਕ ਤੋਂ ਸਭ ਕੁਝ ਠੀਕ, ਖਲੀਫਿਆਂ ਤੱਕ ਠੀਕ, ਪਰ ਜਿਸ ਵੇਲੇ ਇਹ ਤਾਕਤ ਕਾਜ਼ੀਆਂ ਕੋਲ ਆਈ
ਉਹਨਾਂ ਨੇ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰਨੇ ਸ਼ੁਰੂ ਕਰਤੇ। ਜਿੱਥੇ ਫੈਸਲੇ ਝੂਠੇ ਹੋਏ ਉੱਥੇ ਲੋਕਾਈ ਹੈ ਕਰਨੀ ਸ਼ੁਰੂ ਹੋ ਗਈ। ਕਾਦੀ ਕੂੜ ਬੋਲ ਮਲ ਖਾਏ, ਮੈਲ ਇਹਨੂੰ ਕਿਹਾ ਰਿਸ਼ਵਤ, ਝੂਠ। ਬ੍ਰਾਹਮਣ ਨਹਾਵੇ ਜੀਆਂ ਘਾਏ, ਤੇ ਫਿਰ ਬ੍ਰਾਹਮਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਬੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ। ਧੰਨ ਗੁਰੂ ਅਮਰਦਾਸ ਜੀ। ਬਾਣੀ ਦੇ ਵਿੱਚ ਇਹ ਜ਼ਿਕਰ ਹੈ ਕਿ ਵੇਦਾਂ ਦੇ ਵਿੱਚ ਰੱਬ ਦੀ ਬਾਤ ਵੀ ਹੈ। ਹਾਂ, ਜਿੱਥੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਮੈਂ ਦੋਨੋਂ ਵਿਚਾਰਾਂ ਲੈ ਰਿਹਾ। ਵੇਦ ਬੁਰੇ ਨਹੀਂ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਇਹ ਬਾਣੀ ਦਾ ਸੱਚ ਹੈ। ਅਸੀਂ ਜੇ ਇਸ ਰੂਪ ਇਸ ਸੱਚ ਨੂੰ, ਬਾਣੀ ਦੇ ਇਸ ਪੱਖ ਨੂੰ ਜੇ ਵਿਚਾਰਾ ਨਹੀਂ ਕਰਾਂਗੇ, ਫਿਰ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ ਕਹਾਵਾਂਗੇ। ਜੇ ਸਭ ਨੂੰ ਇੱਕੋ ਰੱਸੇ ਨਾਲ ਬੰਨ ਕੇ ਭੰਡਣਾ ਸ਼ੁਰੂ ਕਰ ਦਈਏ, ਤੁਹਾਨੂੰ ਵੀ ਸੁਣਨ ਦਾ ਬੜਾ ਸਵਾਦ ਆਏਗਾ। ਜੇ ਮੈਂ ਇੱਥੇ ਕਾਜ਼ੀ ਦੇ ਉੱਤੇ ਜਾਂ ਬ੍ਰਾਹਮਣ ਪੰਡਤ ਉੱਤੇ ਮੈਂ ਉਹਨਾਂ ਦੀ ਛਿਲਤ ਲਾਵਾਂ, ਪਰ ਜਿਹੜੀ ਬਾਣੀ ਦੇ ਦੋਨੋਂ ਪੱਖ ਰੱਖੀ, ਇੱਕ ਪੱਖ ਨਹੀਂ। ਪਹਿਲਾ ਪੱਖ ਇਹ ਹੈ ਕਿ ਵੇਦਾਂ ਦੇ ਵਿੱਚ ਸੱਚ ਦੀ ਗੱਲ ਹੈ, ਵੇਦਾਂ ਦੇ ਵਿੱਚ ਗਿਆਨ ਦੀ ਗੱਲ ਹੈ। ਵੇਦ ਕਤੇਬ ਕਹੋ ਮਤ ਝੂਠੇ, ਅੱਗਾ ਜ਼ਿਕਰ ਕੀਤਾ ਝੂਠਾ ਜੋ ਨਾ ਵਿਚਾਰੇ, ਜਿਹੜਾ ਉਹਨਾਂ ਵਿੱਚੋਂ ਵਿਚਾਰ ਨਹੀਂ ਕਰ ਸਕਿਆ। ਪਰ ਵੇਦਾਂ ਦੇ ਵਿੱਚ ਦੂਸਰੀ ਗੱਲ ਵੀ ਹੈ। ਧੰਨ ਗੁਰੂ ਅੰਗਦ ਸਾਹਿਬ ਕਹਿੰਦੇ, ਕਿਹੜੀ ਗੱਲ? ਕਹਿੰਦੇ ਕਥਾ ਕਹਾਣੀ ਬੇਦੀ ਆਣੀ। ਵੇਦਾਂ ਦੇ ਵਿੱਚ ਕਥਾ ਕਹਾਣੀਆਂ ਕਿਹੜੀਆਂ ਨੇ? ਪਾਪ ਪੁੰਨ ਵਿਚਾਰ, ਪਾਪ ਤੇ ਪੁੰਨ ਦੀ ਵਿਚਾਰ ਹੈ। ਦੂਸਰੀ ਦੇ ਲੈਣਾ, ਲੈ ਦੇਣਾ, ਨਰਕ ਸੁਰਗ ਅਵਤਾਰ। ਕਿ ਤੁਸੀਂ ਆਪਣੇ ਜਜਮਾਨ ਨੂੰ ਕੀ ਦਿੱਤਾ, ਕੀ ਲਿਆ ਆਪਣੇ ਜਜਮਾਨ ਤੋਂ, ਤੇ ਆਪਣੇ ਪੁਰੋਹਿਤ ਨੂੰ ਕੀ ਦਿੱਤਾ। ਇਹ ਸੁਣਿਓ, ਪੁਰੋਹਿਤ ਹੁੰਦਾ ਹੈ ਜੀ ਸਾਡੇ ਘਰ ਦਾ ਪੁਜਾਰੀ ਸਨਾਤਨੀ ਮੱਤ ਦੇ ਵਿੱਚ, ਕਿ ਸਾਡੇ ਪੰਡਤ ਜੀ ਨੇ, ਬ੍ਰਾਹਮਣ ਜੀ ਨੇ, ਇਹਨਾਂ ਨੂੰ ਅਸੀਂ ਕੀ ਦੇਣਾ। ਉਹਨਾਂ ਨੂੰ ਇਹੀ ਪਿਆਸ ਹੁੰਦੀ ਹੈ ਕਿ ਸਾਨੂੰ ਦੇਣਾ ਕੀ ਹੈ, ਤੇ ਅਸੀਂ ਕੀ ਲੈਣਾ, ਤੇ ਅਸੀਂ ਤੁਹਾਡੇ ਤੋਂ ਕੀ ਲੈ ਕੇ ਤੇ ਤੁਹਾਡੇ ਪਿੱਤਰਾਂ ਤੱਕ ਵੀ ਪੁਜਵਾਉਣਾ ਹੈ, ਜਿਹੜੇ ਮਰ ਗਏ ਨੇ ਬਜ਼ੁਰਗ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੇਦਾਂ ਦੇ ਵਿੱਚ ਗਿਆਨ ਦੀ ਗੱਲ ਤੇ ਬ੍ਰਾਹਮਣ ਭੁੱਲ ਗਏ। ਦੇ ਲੈਣਾ, ਲੈ ਦੇਣਾ, ਨਰਕ ਸੁਰਗ ਅਵਤਾਰ। ਨਰਕ ਤੇ ਸੁਰਗ ਦੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ, ਪੰਡਤਾਂ ਬ੍ਰਾਹਮਣਾਂ ਨੇ, ਧਰਮ ਦੇ ਆਗੂਆਂ ਨੇ ਭਰਮ ਵਿੱਚ ਪਾਤਾ, ਜੇ ਇਹ ਕਰੋਗੇ ਤੇ ਨਰਕ ਦੇ ਵਿੱਚ ਜਾਓਗੇ। ਜੇ ਪਾਪ ਕੀਤੇ ਨੇ ਨਰਕ, ਤੇ ਫਿਰ ਨਰਕ ਤੋਂ ਬਚੀਏ ਕਿਵੇਂ? ਬਈ ਜੀ ਆਪਣੀ ਸਾਰੀ ਸੰਪત્ਤੀ ਦਾਨ ਕਰੋ ਤੇ ਆਓ ਕਾਸ਼ੀ ਦੇ ਕੰਢੇ ਵਸਦੇ ਹਾਂ, ਤੁਹਾਡੇ ਸਿਰ ਤੇ ਆਰਾ ਚਲਾਉਂਦੇ ਹਾਂ, ਜਾਂ ਤੁਹਾਡੇ ਲਈ ਅੱਗ ਕਰਦੇ ਹਾਂ, ਸਾਰਾ ਕੁਝ ਸਾਨੂੰ ਦੇ ਦਿਓ ਤੇ ਤੁਹਾਨੂੰ ਸਵਰਗ ਦੇ ਦਾਂਗੇ। ਮਹਾਰਾਜ ਕਹਿੰਦੇ ਇਹ ਭਰਮ ਆ ਗਏ, ਲੋਕਾਂ ਨੂੰ ਲੁੱਟਣੇ ਸ਼ੁਰੂ ਕਰ ਦਿੱਤਾ ਧਰਮ ਦੇ ਖਾਤਰ, ਧਰਮ ਦੇ ਚਿੰਨ੍ਹ ਪਾਉਣ ਵਾਲਿਆਂ ਨੇ। ਇਹ ਜ਼ਿਕਰ ਕੀਤਾ ਦੇ ਲੈਣਾ, ਲੈ ਦੇਣਾ, ਨਰਕ ਸੁਰਗ ਅਵਤਾਰ। ਇੱਥੋਂ ਤੱਕ ਬਸ ਨਹੀਂ, ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ। ਕਹਿੰਦੇ ਸੰਸਾਰ ਦਾ ਬੇੜਾ ਗਰਕ ਉਸ ਦਿਨ ਹੋਣਾ ਸ਼ੁਰੂ ਹੋ ਗਿਆ, ਜਿਸ ਦਿਨ ਮਨੂ ਸਮ੍ਰਿਤੀ ਵਿੱਚੋਂ ਲੈ ਕੇ ਇਸ ਸੰਸਾਰ ਨੂੰ 4 ਜ਼ਾਤਾਂ ਵਿੱਚ ਵੰਡ ਦਿੱਤਾ। ਕਿ ਸਭ ਤੋਂ ਉੱਚੇ ਬ੍ਰਹਮ ਬੇਤੇ ਭਾਵ ਬ੍ਰਾਹਮਣ ਨੇ, ਜਿਹੜੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਨੇ। ਉਸ ਤੋਂ ਬਾਅਦ ਖੱਤਰੀ ਨੇ, ਜਿਹੜੇ ਸ਼ਸਤਰ ਚੱਕਣ ਵਾਲੇ ਨੇ। ਬਾਕੀ ਸ਼ੂਦਰ ਤੇ ਵੈਸ਼, ਉਹ ਧਰਮ ਦੀ ਬਾਤ ਤੇ ਪਾਈ ਨਹੀਂ ਸਕਦੇ। ਜਿਹੜੇ ਸ਼ੂਦਰ ਨੇ, ਜਿਹੜੇ ਵੈਸ਼ ਨੇ, ਮੈਂ ਖਿਮਾ ਬਖਸ਼ਿਓ ਮੈਂ ਲਫ਼ਜ਼ ਵਰਤ ਰਿਹਾ, ਇਹ ਬਾਣੀ ਵਿੱਚੋਂ ਆਇਆ ਲਫ਼ਜ਼, ਕਿ 4 ਜ਼ਾਤਾਂ ਵਿੱਚ ਵੰਡ ਦਿੱਤਾ। ਤੇ 4 ਜ਼ਾਤਾਂ ਦੀ ਬਸ ਨਹੀਂ, ਔਰਤਾਂ ਨੂੰ ਵੀ ਨੀਵਾਂ ਮੰਨ ਕੇ ਧਰਮ ਸਥਾਨਾਂ ਵਿੱਚ ਵੜਨ ਨਹੀਂ ਦਿੱਤਾ, ਭਾਵੇਂ ਉਹ ਇਸਲਾਮ ਹੋਣ ਤੇ ਭਾਵੇਂ ਉਹ ਸਨਾਤਨ ਮਤ ਦੇ ਕਈ ਥਾਂ ਹੋਣ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਿਹੜਾ ਕੁਫਰ ਹੋਇਆ ਨਾ ਇਸ ਧਰਤੀ ਤੇ, ਕਿ ਭਾਈ ਇੱਕੋ ਜੀ ਚਮੜੀ ਸਾਰਿਆਂ ਦੀ, ਇੱਕੋ ਜਿਹਾ ਲਹੂ ਸਾਰਿਆਂ ਦੇ ਅੰਦਰ, ਇੱਕੋ ਤਰੀਕੇ ਨਾਲ ਸਾਰੇ ਪੈਦਾ ਹੋਏ ਰੱਬ ਦੇ ਬਣਾਏ ਹੋਏ ਜੀ, ਤੇ ਊਚ ਨੀਚ ਦੇ ਵਿੱਚ ਕਿਉਂ ਵੰਡ ਦਿੱਤਾ? ਇੱਥੇ ਤੇ ਭਗਤ ਨਾਮਦੇਵ ਜੀ ਦਾ ਪਿੱਛੇ ਹੁਣੇ ਜਨਮ ਦਿਨ ਮਨਾਇਆ ਜੀ, ਤੇ ਭਗਤ ਨਾਮਦੇਵ ਜੀ ਕੀ ਕਹਿੰਦੇ? ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਕਿ ਏਕਲ ਮਿੱਟੀ, ਇੱਕੋ ਤਰੀਕੇ ਦੇ ਨਾਲ ਹਾਥੀ ਤੋਂ ਲੈ ਕੇ ਚੀਟੀ ਤੱਕ ਰੱਬ ਬਣਾਉਣ ਵਾਲਾ ਹੈ। ਹਰ ਤਰ੍ਹਾਂ ਦੇ ਭਾਂਜੇ, ਭਾਜਨ ਦਾ ਮਤਲਬ ਭਾਂਡੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਕਹਿੰਦੇ ਪੱਥਰ ਤੇ ਰੁੱਖ, ਜੜ ਜਿਹੜੇ ਹਿੱਲ ਨਹੀਂ ਸਕਦੇ, ਤੁਰ ਫਿਰ ਨਹੀਂ ਸਕਦੇ। ਜੰਗਮ ਕਹਿੰਦੇ ਤੁਰਨ ਫਿਰਨ ਵਾਲੇ, ਜੜ ਤੇ ਚੇਤਨ। ਤੇ ਕੀਟ ਪਤੰਗਾਂ ਦੇ ਵਿੱਚ ਵੀ ਰੱਬ ਹੈ, ਤੇ ਤੁਹਾਨੂੰ ਮਨੁੱਖਾਂ ਦੇ ਵਿੱਚੋਂ ਰੱਬ ਨਹੀਂ ਭਾਸਦਾ। ਕਿਉਂ? ਕਹਿੰਦੇ ਜੀ ਇਹ ਨੀਵੀਂ ਜ਼ਾਤ ਵਾਲੇ ਨੇ, ਤੇ ਇਹ ਜਾਂ ਔਰਤ ਨੇ, ਇਹ ਮਰਦ ਨਹੀਂ ਨੇ।
ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤੌਬਾ ਹੋ ਗਈ ਧਰਮ ਦੇ ਲੋਕਾਂ ਨੇ, ਇਹ ਪਾਪ ਦੀ ਤੌਬਾ ਕਰਤੀ, ਸਿਰ ਤੇ ਚੱਕ ਲਿਆ, ਅੱਤ ਚੱਕ ਲਈ ਪਾਪ ਦੀ। ਇੱਥੋਂ ਤੱਕ ਬਸ ਨਹੀਂ, ਤਾਈਓਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ 15 ਭਗਤਾਂ ਦੀ ਬਾਣੀ ਲੈ ਕੇ ਆਏ ਜਿਨ੍ਹਾਂ ਨੇ ਆਪਣੇ ਪਿੰਡੇ ਉੱਤੇ ਇਹ ਤਸ਼ੱਦਦਾਂ ਜਰੀਆਂ। ਕਬੀਰ ਸਾਹਿਬ ਕਹਿੰਦੇ ਨਾ ਕਿ ਤੁਮ ਕਤ ਬ੍ਰਾਹਮਣ ਹਮ ਕਦ ਸੂਦ, ਕਿ ਤੁਸੀਂ ਕਿੱਥੋਂ ਬ੍ਰਾਹਮਣ ਉੱਚੀ ਜਾਤ ਦੇ ਹੋਗੇ ਤੇ ਅਸੀਂ ਕਿਵੇਂ ਨੀਵੀਂ ਜਾਤ ਦੇ ਹੋਗੇ। ਸ਼ਰਤ ਲਾ ਕੇ ਦੱਸੋ ਕਿ ਹਮ ਕਤ ਲੋਹੂ ਤੁਮ ਕਤ ਦੂਧ, ਕਿ ਮੇਰੀ ਰਗਾਂ 'ਚ ਕਿਹੜਾ ਲਹੂ ਵਹਿੰਦਾ ਹੈ ਤੇ ਤੁਹਾਡੀਆਂ ਰਗਾਂ ਦੇ ਵਿੱਚ ਲਹੂ ਨਹੀਂ ਵਹਿੰਦਾ ਤੇ ਦੁੱਧ ਵਹਿੰਦਾ। ਤੁਹਾਡੀਆਂ ਰਗਾਂ ਦੇ ਵਿੱਚ ਵੀ ਉਹੀ ਦੁੱਧ ਹੈ, ਉਹੀ ਲਹੂ ਹੈ ਜਿਹੜੀ ਮੇਰੀ। ਤੁਸੀਂ ਵੀ ਉਵੇਂ ਸਾਰੇ ਇਸ ਧਰਤੀ ਤੇ ਮਾਂ ਦੀ ਕੁੱਖੋਂ ਜੰਮੇ ਆ, ਕੋਈ ਉੱਤੋਂ ਥੋੜੀ ਡਿੱਗਿਆ। ਜਿਹੜਾ ਉੱਚੀ ਜ਼ਾਤ ਵਾਲਾ ਆਪਣੇ ਆਪ ਨੂੰ ਪਵਿੱਤਰ ਕਹਿੰਦਾ ਕੋਈ ਸਿੱਧਾ ਅਸਮਾਨ ਤੋਂ ਥੋੜੀ ਆਇਆ। ਬਈ ਸਭ ਕੁਝ ਇਸ ਧਰਤੀ ਤੇ ਉਹ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕੋਈ ਨਹਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਵੇਦ, ਕੋਈ ਕਤੇਬ, ਕੋਈ ਓੜੈ ਨੀਲ, ਕੋਈ ਸਫੇਦ। ਤੇ ਇੱਥੇ ਤੱਕ ਕੋਈ ਆਖੈ ਹਿੰਦੂ ਤੇ ਕੋਈ ਮੁਸਲਮਾਨ ਆਖਦਾ, ਕੋਈ ਆਖੈ ਤੁਰਕ, ਕੋਈ ਆਖੈ ਹਿੰਦੂ, ਕੋਈ ਬਾਂਛੈ ਬਹਿਸ਼ਟ, ਕੋਈ ਸਰਗਿੰਦੂ। ਕੋਈ ਕਹਿੰਦਾ ਜੀ ਅਸੀਂ ਮਰਨ ਤੋਂ ਬਾਅਦ ਬਹਿਸ਼ਤ 'ਚ ਜਾਣਾ, ਬਹਿਸ਼ਤ ਕਹਿੰਦੇ ਸਵਰਗ। ਤੇ ਕੋਈ ਕਹਿੰਦਾ ਨਹੀਂ ਜੀ ਨਹੀਂ, ਸਵਰਗ ਹੀ ਮਿਲਣਾ ਮਰਨ ਤੋਂ ਬਾਅਦ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਸਭ ਝੂਠ ਹੈ, ਇਹ ਸਭ ਗਫਲਤ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਜਪੋ ਜੀ ਕਹੋ ਨਾਨਕ ਜਿਨ, ਫਿਰ ਜਪੋ ਕਹੋ ਨਾਨਕ ਜਿਨ। ਬਸ ਇਸ ਹੁਕਮ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ 'ਚ ਕਰਤੀ। ਕਿਵ ਸਚਿਆਰਾ ਹੋਈਐ, ਜਪੋ ਕਿਵ, ਜਪੋ ਜੀ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਤੇ ਗੁਰੂ ਬਾਬੇ ਜੀ ਦੀ ਬਾਣੀ ਤੋਂ ਕਤਰਾਓ ਨਾ। ਜਿਹੜੀ ਬਾਣੀ 552 ਸਾਲ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਲੈ ਕੇ ਆਏ, ਜਿਹੜੀ ਬਾਣੀ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਤੋਂ ਉਚਾਰੀ ਗਈ, ਭਲਿਓ ਉਹੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਮੁਖ ਤੇ ਸੀ ਉਹ ਤੁਹਾਡੇ ਮੁਖ ਤੇ ਵੀ ਅੱਜ ਹੈ। ਉਸੀ ਬਾਣੀ ਨੇ ਪਰਿਵਰਤਨ ਲਿਆਇਆ, ਉਸੀ ਬਾਣੀ ਨੇ ਕਿੰਨੇ ਪਤਿਤ ਪੁਨੀਤ ਕੀਤੇ, ਕੌਡੇ ਰਾਕਸ਼ ਵਰਗੇ। ਉਸੀ ਬਾਣੀ ਨੇ ਸੱਜਣ ਠੱਗ ਵਰਗੇ ਪ੍ਰਚਾਰਕ ਬਣਾਏ। ਉਸੀ ਬਾਣੀ ਨੇ ਕਿੰਨੀ ਇਸ ਧਰਤੀ ਤੇ ਕਰਾਮਾਤਾਂ। ਮਿਰਾਸੀ ਜ਼ਾਤ ਦਾ ਇੱਕ ਨੀਵੀਂ ਜ਼ਾਤ ਕਹਾਉਣ ਵਾਲਾ ਤੇ ਗੁਰੂ ਨਾਨਕ ਸਾਹਿਬ ਨੇ ਗਲਵਕੜੀ ਲਾ ਕੇ ਭਾਈ ਮਰਦਾਨਾ ਬਣਾਇਆ, ਆਪਣਾ ਭਰਾ ਬਣਾਇਆ। ਇਹੀ ਤੇ ਬਾਣੀ ਹੈ ਨਾ। ਇਸ ਕਰਕੇ ਜਪੋ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਕੂੜ ਦੀ ਪਾਲ ਹੈ, ਊਚ ਨੀਚ ਦੀਆਂ ਜ਼ਾਤਾਂ, ਭੇਦ ਭਾਵ, ਇਹ ਤੇਰਾ ਇਹ ਮੇਰਾ, ਬੜਾ ਔਖਾ ਹੈ। ਇੱਥੇ ਤੇ ਅਸੀਂ ਬੋਲ ਵੀ ਜਾਂਦੇ ਹਾਂ ਪਰ ਸਾਡੇ ਵਿੱਚੋਂ ਵੀ ਇਹ ਖਤਮ ਨਹੀਂ ਹੋਏਗਾ। ਪਰ ਹਾਂ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜੇ ਨਦਰ ਹੋ ਜਾਏ ਗੁਰੂ ਨਾਨਕ ਸਾਹਿਬ ਦੀ, ਜੇ ਪ੍ਰਭੂ ਦੀ ਇਆਨਤ ਹੋ ਜਾਏ, ਕਿਰਪਾ ਹੋ ਜਾਏ, ਮਾਇਆ ਦ੍ਰਿਸ਼ਟੀ ਹੋ ਜਾਏ, ਫਿਰ ਇਹ ਹੋ ਸਕਦਾ ਹੈ, ਫਿਰ ਹੋ ਸਕਦਾ ਹੈ। ਆਪਣਾ ਦਾਵਾ ਨਹੀਂ। ਕਿਵ ਸਚਿਆਰਾ ਹੋਈਆ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ। ਤੇ ਹੁਕਮ ਤੇ ਰਜ਼ਾ ਵਿੱਚ ਅਰਥ ਕੀ ਹੈ ਭਾਈ? ਅਸੀਂ ਕਹਾਂਗੇ ਜੀ ਹੁਕਮ ਵੀ ਅਰਬੀ ਦਾ ਲਫ਼ਜ਼, ਰਜ਼ਾ ਵੀ ਫਾਰਸੀ, ਅਰਬੀ ਫਾਰਸੀ ਦਾ ਲਫ਼ਜ਼। ਹੁਕਮ ਤੇ ਰਜ਼ਾ ਦੇ ਵਿੱਚ ਫਰਕ ਹੈ। ਜੇ ਗੁਰੂ ਨਾਨਕ ਸਾਹਿਬ ਨੇ ਹੁਕਮ ਤੇ ਰਜ਼ਾ ਵਰਤਿਆ ਨਾ, ਇਹਨੂੰ ਰਜ਼ਾਈ ਪੜ੍ਹਨਾ। ਰਜਾਈ ਉੱਤੇ ਓੜਨ ਵਾਲੀ ਰਜਾਈ ਨਹੀਂ, ਰਜ਼ਾ, ਰਜ਼ਾਈ। ਰਜ਼ਾ ਤੇ ਹੁਕਮ ਦੇ ਵਿੱਚ ਪਤਾ ਕੀ ਹੈ ਫਰਕ? ਹੁਕਮ ਜਿਹੜਾ ਵਰਤ ਰਿਹਾ, ਜਿਹੜਾ ਵਰਤੇਗਾ, ਮੈਂ ਕਬੂਲ ਕਰਾਂ ਜਾਂ ਨਾ ਕਰਾਂ, ਉਹਨੇ ਵਰਤਣਾ ਹੀ ਵਰਤਣਾ। ਮੈਂ ਮੰਨਾ ਜਾਂ ਨਾ ਮੰਨਾ, ਮੈਂ ਭਾਵੇਂ ਛਾਲਾਂ ਮਾਰਾਂ, ਭਾਵੇਂ ਮੈਂ ਕਹਾਂ ਮੈਂ ਨਹੀਂ ਮੰਨਦਾ, ਪਰ ਰੱਬ ਦਾ ਹੁਕਮ ਸਭ ਨੂੰ ਮੰਨਣਾ ਪਏਗਾ। ਜੇ ਅੱਜ ਨਹੀਂ ਮੰਨਿਆ ਤੇ ਕੱਲ ਨੂੰ ਮੰਨਣਾ ਹੀ ਪਏਗਾ, ਕਿਉਂਕਿ ਉਹਦੇ ਅੱਗੇ ਕਿਸੇ ਦੀ ਨਹੀਂ ਚੱਲਣੀ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋੜਿਓ। ਉਹ ਤੋਂ ਮੁਖ ਨਹੀਂ ਮੋੜਿਆ ਜਾ ਸਕਦਾ। ਇਹ ਹੁਕਮ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੈ, ਜੋ ਹਰ ਭਾਵੈ ਤਿਉ ਰੱਖੀਐ। ਇਸ ਸ਼ਬਦ ਵਿੱਚ ਰਜ਼ਾਈ ਆਇਆ, ਹੁਕਮ ਨਹੀਂ ਆਇਆ। ਸਮਝਿਓ, ਹੁਕਮ ਉਹ ਹੈ ਜਿਹੜਾ ਵਰਤਦਾ, ਜਿਹੜਾ ਵਰਤਣਾ ਹੀ ਵਰਤਣਾ। ਸਭ ਕੁਛ ਹੈ, ਸਾਰਾ ਕੁਛ ਇਸ ਧਰਤੀ ਦੇ ਉੱਤੇ। ਭੈ ਵਿੱਚ ਪਵਨ ਵਹੈ ਸਦ ਵਾਉ, ਹੁਕਮ ਹੈ। ਭੈ ਵਿੱਚ ਚੱਲੈ ਲਖ ਦਰਿਆਉ, ਹੁਕਮ ਹੈ। ਭੈ ਵਿੱਚ ਅਗਨ ਕੱਢੈ ਵੇਗਾਰ,
ਅਗਨੀ ਕਈ ਤਰ੍ਹਾਂ ਦੀਆਂ, ਸਮੁੰਦਰ ਦੇ ਅੰਦਰ ਅਗਨ ਵੱਖਰੀ, ਅਸਮਾਨ ਤੇ ਚਮਕਣ ਵਾਲੀ ਬਿਜਲੀ ਦੀ ਅਗਨ ਵੱਖਰੀ, ਚੁੱਲ੍ਹੇ ਤੇ ਪਕਾਉਣ ਵਾਲੀ ਅਗਨ ਵੱਖਰੀ, ਭੋਜਨ ਹਜ਼ਮ ਕਰਨ ਵਾਲੀ ਅਗਨ ਵੱਖਰੀ, ਮਾਤਾ ਦੇ ਗਰਭ ਦੇ ਅੰਦਰ ਦੀ ਅਗਨ ਵੱਖਰੀ, ਕ੍ਰੋਧ ਤੇ ਕਾਮ ਦੀ ਅਗਨ ਵੱਖਰੀ। ਕਿੰਨੀ ਤਰ੍ਹਾਂ ਦੀਆਂ ਅਗਨੀਆਂ। ਭੈ ਵਿੱਚ ਅਗਨ, ਅਗਨ ਦਾ ਜ਼ਿਕਰ ਕੀਤਾ। ਇਹ ਹੈ ਭੈ ਵਿੱਚ ਪਉਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾਰ। ਕਿੰਨੀ ਸਾਰੀ ਵੇਗਾਰੀਆਂ ਕਰਦੀ ਹੈ ਰੱਬ ਦੀ। ਭੈ ਵਿੱਚ ਧਰਤੀ ਦੱਬੀ ਭਾਰ। ਇਹ ਹੈ ਹੁਕਮ। ਸਭ ਹੁਕਮ ਦੇ ਵਿੱਚ ਹੈ, ਸਭ ਕੁਝ ਹੁਕਮ ਦੇ ਵਿੱਚ ਹੈ, ਕੋਈ ਬਾਹਰ ਨਹੀਂ ਹੈ। ਪਰ ਰਜ਼ਾ ਕੀ ਹੈ? ਜੋ ਭਾਈ ਮਰਦਾਨੇ ਨੇ ਸਿਰ ਝੁਕਾ ਕੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਈ ਨਾ, ਉਹਨੂੰ ਸਮਝੋ ਰਜ਼ਾ ਹੈ। ਸਿੱਧੀ ਕਿ ਸੌਖੇ ਤਰੀਕੇ ਨਾਲ ਰਜ਼ਾ ਸਮਝਣ ਦਾ ਇੱਕੋ ਇੱਕ ਤਰੀਕਾ ਹੈ ਕਿ ਜੋ ਗੁਰੂ ਨੇ ਕਿਹਾ, ਸਿੱਖ ਖਿੜੇ ਮੱਥੇ ਉਹਨੂੰ ਸਿਰ ਝੁਕਾ ਕੇ ਮੰਨ ਲੇ, ਉਹਨੂੰ ਕਹਿੰਦੇ ਰਜ਼ਾ। ਮੱਥੇ ਤੇ ਵੱਟ ਨਾ ਆਏ। ਹਾਂ, ਜੇ ਮੱਥੇ ਤੇ ਵੱਟ ਆ ਰਿਹਾ, ਜੇ ਨਹੀਂ ਮੰਨਣਾ, ਫਿਰ ਬਾਣੀ ਦਾ ਇਹ ਵੀ ਸੱਚ ਪੜ੍ਹ ਲਿਓ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਅਸੀਂ ਕਹਿੰਦੇ ਨਹੀਂ ਜੀ, ਅਸੀਂ ਤੇ ਇਹੀ ਕਰਾਂਗੇ। ਉਹ ਬੰਦਿਆ, ਤੇਰੀ ਕੋਈ ਔਕਾਤ ਨਹੀਂ। ਉਹਨੇ ਜਿੱਥੇ ਲੈ ਕੇ ਜਾਣਾ ਤੇ ਉਹਨੇ ਆਪ ਹੀ ਲੈ ਕੇ ਜਾਣਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਤਾ ਕਰੈ ਪੱਛਮ ਕੈ ਤਾਈ। ਅਸੀਂ ਕਹਿੰਦੇ ਪੱਛਮ ਵੱਲ ਤੁਰੀਏ, ਇਹ ਕੰਮ ਕਰੀਏ। ਪਰ ਉਹ ਕੀ ਚਾਹੁੰਦਾ? ਭਲਿਓ, ਜੋ ਅਸੀਂ ਅਨੁਰੂਪਿਆ ਹੈ ਨਾ, ਕਿ ਇਹ ਸਾਨੂੰ ਚੰਗਾ ਲੱਗਦਾ। ਗੁਰੂ ਨਾਨਕ ਸਾਹਿਬ ਕਹਿੰਦੇ ਜੋ ਸਾਨੂੰ ਚੰਗਾ ਲੱਗਦਾ ਉਹ ਨਹੀਂ ਹੋਣਾ। ਜੋ ਸਾਡੇ ਲਈ ਚੰਗਾ ਹੋਣਾ, ਭਲਾ ਹੋਣਾ, ਉਹੀ ਰੱਬ ਨੇ ਕਰਨਾ। ਜੋ ਮਨ ਨੂੰ ਚੰਗਾ ਲੱਗਣਾ ਉਹ ਸਦਾ ਨਹੀਂ ਹੋਣਾ। ਚੰਗਾ ਉਹ ਹੋਣਾ ਜੋ ਰੱਬ ਦੀ ਰਜ਼ਾ ਨੂੰ ਕਬੂਲ ਕਰਕੇ ਹੋਏ। ਉਹਨੂੰ ਮਹਾਰਾਜ ਕਹਿੰਦੇ ਰਜ਼ਾ। ਆਸ ਹੈ ਗੱਲ ਪਕੜ ਆਈ। ਹੁਕਮ ਦਾ ਮਤਲਬ ਜਿਹੜਾ ਵਰਤੇਗਾ, ਪਰ ਜਿਹੜਾ ਸਿਰ ਮੱਥੇ ਕਰਕੇ ਕਹਿ ਦੇਣਾ, ਜੋ ਜੋ ਹੁਕਮ ਭਇਓ ਸਾਹਿਬ ਕੋ, ਸੋ ਮਾਥੇ ਲੈ ਮਾਨਿਓ। ਮੈਂ ਸਿਰ ਮੱਥੇ ਕਬੂਲ ਕੀਤਾ, ਇਹਨੂੰ ਕਿਹਾ ਰਜ਼ਾ। ਜਿਹਨੇ ਉਸਦੇ ਹੁਕਮ ਨੂੰ ਸਿਰ ਮੱਥੇ ਕਬੂਲ ਕਰਕੇ ਰਜ਼ਾਈ ਕੀਤਾ ਨਾ, ਮਹਾਰਾਜ ਕਹਿੰਦੇ ਉਹਦੇ ਅੰਦਰ ਇਹ ਕੂੜ ਦੀ ਪਾਲ ਟੁੱਟਣ ਵਾਲੀ ਹੈ। ਇਸ ਕਰਕੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਭ ਦੇ ਸਿਰ ਉੱਤੇ ਲਿਖਿਆ ਹੋਇਆ। ਤੇ ਹੁਕਮ ਕੀ ਹੈ? ਪੜ੍ਹ ਲਓ ਅੱਗੇ। ਹੁਕਮੀ ਹੋਵਨ ਆਕਾਰ, ਹੁਕਮ ਨਾ। ਤੇ ਜੇ ਕਹੋ ਜੀ ਕਿਵੇਂ ਕਿਵੇਂ ਕਹੋਗੇ, ਮਹਾਰਾਜ ਕਹਿੰਦੇ ਕਿਵੇਂ ਕਿਵੇਂ ਕਹੋਗੇ ਭਾਈ? ਬੰਦਿਆ, ਤੇਰੀ ਮਤ, ਤੇਰੀ ਸੁਰਤ, ਤੇਰੀ ਜ਼ੁਬਾਨ, ਤੇਰੀਆਂ ਕਲਮਾਂ, ਤੇਰੀ ਸ਼ਾਈ ਸਭ ਖਤਮ ਹੋ ਜਾਏਗੀ। ਉਹਦੇ ਹੁਕਮ ਨੂੰ ਨਹੀਂ ਤੂੰ ਬਿਆਨ ਕਰ ਸਕੇਂਗਾ। ਇਹ ਬਾਣੀ 'ਚ ਰੋਜ਼ ਪੜ੍ਹਦੇ ਹਾਂ, ਸੋਦਰ 'ਚ ਵੀ ਪੜ੍ਹਦੇ ਹਾਂ ਕਿ ਸਭ ਸੁਰਤੀ ਮਿਲ ਸੁਰਤ ਕਮਾਈ। ਜਪੋ ਜੀ, ਸਭ ਕੀਮਤ ਮਿਲ। ਦਾਸ ਉਹ ਬਾਣੀ ਦੀਆਂ ਤੁਕਾਂ ਲੈ ਰਿਹਾ ਜਿਹੜਾ ਤੁਸੀਂ ਰੋਜ਼ ਪੜ੍ਹਦੇ ਹੋ, ਤੇ ਰੋਜ਼ ਤੁਸੀਂ ਪੜ੍ਹਨ ਦੇ ਨਾਲ ਅੱਜ ਵੀ ਪੜ੍ਹ ਸਕਦੇ ਹੋ। ਆਨੰਦ ਤੇ ਤਾਂ ਹੈ ਜੇ ਤੁਸੀਂ ਨਾਲ ਪੜ੍ਹੋ ਤੇ ਦਾਸ ਦਾ ਵੀ ਮਨ ਜੁੜੇ। ਜਪੋ ਜੀ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਜਪੋ ਜਪੋ, ਗਿਆਨੀ ਧਿਆਨੀ ਗੁਰ ਗੁਰ ਰਹਾਈ, ਕਹਿਣ ਨਾ ਜਾਈ ਤੇਰੀ ਤਿਲ ਦੇ ਦਾਣੇ ਜਿੰਨਾ ਵੀ ਨਹੀਂ ਬਿਆਨ ਕਰ ਸਕਦੇ। ਤੇ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦਾ ਆ ਦੂਜਾ ਸ਼ਬਦ ਹੈ, ਦੂਜਾ ਤੀਜਾ। ਮਹਾਰਾਜ ਕਹਿੰਦੇ ਕਿ ਇਸ ਧਰਤੀ ਤੇ ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਭਾਉ, ਮਸੂ ਤੋਟ ਨਾ ਆਵਈ, ਲੇਖਣ ਪੌਣ ਚਲਾਓ। ਇਸ ਧਰਤੀ ਦੇ ਸਾਰੇ ਰੁੱਖਾਂ ਦੇ ਕਾਗਜ਼ ਬਣਾ ਲਓ। ਤੇ ਸਾਰੀਆਂ ਰੁੱਖਾਂ ਨੂੰ, ਕਿਉਂਕਿ ਪੱਤਿਆਂ ਦੇ ਕਾਗਜ਼ ਬਣਦੇ ਨੇ ਸੁਕਾ ਕੇ ਉਹਦੀ ਛਿਲਤ ਨੂੰ, ਤੇ ਰੁੱਖਾਂ ਦੀ ਟਾਹਣੀਆਂ ਨੂੰ ਘੜ ਕੇ ਕਲਮਾਂ ਬਣਾ ਲਓ ਸਾਰੀ ਧਰਤੀ ਦੀ। ਤੇ ਸਾਰੀ ਧਰਤੀ ਦੇ ਉੱਤੇ ਜਿੰਨਾ ਪਾਣੀ ਹੈ ਨਾ ਸਮੁੰਦਰਾਂ ਦਾ, ਉਹਨੂੰ ਜੇ ਕੋਈ ਕਹੇ ਮੈਂ ਸਭ ਦੀ ਸ਼ਾਹੀ ਬਣਾ ਲਾ, ਮੱਸੂ ਕਹਿੰਦੇ ਸ਼ਾਹੀ। ਜੇ ਕਲਮਾਂ ਵੀ ਹੋ ਜਾਣ, ਸ਼ਾਹੀ ਵੀ ਹੋ ਜੇ, ਕਾਗਜ਼ ਵੀ ਹੋ ਜੇ, ਅੱਤ ਦਾ ਅੰਤ ਨਹੀਂ ਨਾ ਹੋਏ, ਜਿਹਦਾ ਕਿੰਨਾ ਹੋ ਜੇ ਪਤਾ ਹੀ ਨਹੀਂ, ਲੱਖਾਂ ਦੇ ਲੱਖ ਮਣ ਇਸ ਤੋਂ ਵੀ ਪਰਾਂ ਹੋ ਜੇ। ਤੇ ਫਿਰ ਲਿਖਾਰੀ ਕਹਿੰਦੇ ਲਿਖਾਰੀ ਹੋਣ ਜੋ ਤੇਜ਼ ਚੱਲਣ ਵਾਲੇ। ਅੱਜ ਤੋਂ 25-30 ਸਾਲ ਪਹਿਲਾਂ ਸ਼ਾਰਟ ਹੈਂਡ ਸਿੱਖੀ ਜਾਂਦੀ ਸੀ, ਜਰਨਲਿਜ਼ਮ ਦੀ ਭਾਸ਼ਾ ਹੁੰਦੀ ਸੀ। ਤੁਹਾਡੀਆਂ ਉਮਰਾਂ ਦੇ ਵਿੱਚ ਇਹ ਬੜੀ ਪ੍ਰਚਲਿਤ ਸੀ ਕਿ ਹਰ ਬੱਚਾ ਉਸ ਵੇਲੇ ਸ਼ਾਰਟ ਹੈਂਡ ਸਿੱਖਦਾ ਸੀ। ਬੜਾ ਸ਼ਾਰਟ ਹੈਂਡ ਕੀ ਹੁੰਦਾ ਸੀ? ਕਿਸੇ ਗੱਲ ਨੂੰ ਇੱਕ ਅੱਖਰ ਦੇ ਵਿੱਚ ਇੱਕ ਪੂਰੀ ਲਾਈਨ ਨੂੰ ਲਿਖਿਆ ਜਾ ਸਕਦਾ ਹੈ। ਤੇ ਜੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇਹੋ ਜਿਹੇ ਲਿਖਾਰੀ ਵੀ ਲਿਆਓ ਜਿਹੜੇ ਪੂਰੇ ਕਾਗਜ਼ ਨੂੰ 2-4 ਅੱਖਰਾਂ ਵਿੱਚ ਵੀ ਲਿਖ ਦੇਣ,
ਤੇ ਤਾਂ ਵੀ ਯਾਦ ਰੱਖਿਓ ਉਸ ਰੱਬ ਦੇ ਹੁਕਮ ਦੀ ਕੀਮਤ ਕੋਈ ਪਾ ਨਹੀਂ ਸਕਦਾ। ਫਿਰ ਸੁਣੋ, ਕਹਿੰਦੇ ਇਸ ਧਰਤੀ ਤੇ ਸਾਰਾ ਕਾਗਜ਼ ਇਹ ਲੱਖ ਮਣ ਹੋ ਜਾਣ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਸਾਰਾ ਕੁਝ ਵੀ ਹੋ ਜੇ ਨਾ, ਮਸੂ ਟੂਟ ਨਾ ਆਵੀ ਛਾਈ, ਲੇਖਣ ਪਾਉਣ ਚਲਾਓ। ਹਵਾ ਦੀ ਰਫ਼ਤਾਰ ਨਾਲ ਕੋਈ ਲਿਖਣ ਵਾਲਾ ਹੋ ਜੇ ਤੇ ਫਿਰ ਸਾਰੇ ਆਖੋ ਭੀ ਤੇਰੀ ਕੀਮਤ ਨਾ ਪਵੈ। ਤੇਰੀ ਕੀਮਤ ਕੌਣ ਪਾ ਸਕਦਾ? ਕੌਣ ਪਾ ਸਕਦਾ? ਕੋਈ ਨਹੀਂ ਪਾ ਸਕਦਾ, ਕੋਈ ਨਹੀਂ ਪਾ ਸਕਦਾ। ਇਸ ਧਰਤੀ ਤੇ ਸਭ ਕੁਝ ਕਰ ਲਓ ਕਿ ਮਸੂ ਟੋਟ ਨਾ ਆਵੀ, ਲੇਖਣ ਪਾਉਣ ਚਲਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ। ਤੇ ਫਿਰ ਉਹਦੇ ਹੁਕਮ ਦੇ ਵਿੱਚ ਕੌਣ ਕੌਣ ਹੈ? ਤੇ ਰੋਜ਼ ਪੜ੍ਹਦੇ ਹੋ, ਗਾਵੈ ਕੋ ਤਾਣ ਭੁਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ। ਕਹਿੰਦੇ ਫਿਰ ਜਿੰਦ ਲੈ ਕੇ ਤੇ ਕੱਢ ਵੀ ਲੈਂਦਾ। ਇਹ ਹੈ ਸਾਰਾ। ਮਹਾਰਾਜ ਕਹਿੰਦੇ ਕਿਹਨੂੰ ਕਿਹਨੂੰ ਦੱਸਾਂ ਮੈਂ, ਕਿਹਨੂੰ ਕਿਹਨੂੰ ਦੱਸਾਂ? ਜੇ ਤੁਸੀਂ ਸੋਦਰ ਪੜ੍ਹਦੇ ਹੋ ਨਾ, 2 ਵਾਰੀ ਸੋਦਰ ਪੜ੍ਹਿਆ ਜਾਂਦਾ, ਇੱਕ ਜਪ ਬਾਣੀ 'ਚ ਤੇ ਇੱਕ ਸ਼ਾਮ ਨੂੰ ਪੜ੍ਹਿਆ ਜਾਂਦਾ। ਤੇ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਹੁਣ ਦੱਸੋ ਕੌਣ ਕੌਣ ਉਹਨੂੰ ਗਾ ਰਿਹਾ? ਕੌਣ ਕੌਣ ਗਾ ਰਿਹਾ? ਪੜ੍ਹੀ ਜਾਓ। ਜੇ ਪੜ੍ਹੋਗੇ ਤੇ ਅੰਤ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਦੇ ਵਿੱਚ ਜਿੰਨੇ ਅੰਤ ਪਾਉਣ ਵਾਲੇ ਆਏ, ਅੰਤ ਉਹਨਾਂ ਦਾ ਹੋ ਗਿਆ, ਉਹਨਾਂ ਨੇ ਉਹਦਾ ਅੰਤ ਨਹੀਂ ਪਾਇਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਅੰਤ ਨਹੀਂ ਪਾ ਸਕਿਆ। ਇਹ ਸਾਰੇ ਪੜ੍ਹੋ। ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ। ਰੱਬ ਕਿਹੜਾ ਦਰ ਹੋਏਗਾ ਤੇਰਾ? ਤੇ ਕਿੱਥੇ ਤੂੰ ਬੈਠਾ ਹੋਏਗਾ ਜਿੱਥੇ ਸਭ ਕੁਝ ਤੂੰ ਸੰਭਾਲੀ ਜਾ ਰਿਹਾ, ਬਣਾਈ ਜਾ ਰਿਹਾ? ਕਿਵੇਂ ਬਿਆਨ ਕਰੀਏ? ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਕੋਈ ਨਾਦ ਵਜਾ ਰਿਹਾ, ਕੋਈ ਸਿੰਨੀ ਵਜਾ ਰਿਹਾ, ਕੋਈ ਵਾਜੇ ਵਜਾ ਰਿਹਾ, ਕੋਈ ਕਿਵੇਂ ਗਾ ਰਿਹਾ। ਵਜਾਉਣ ਵਾਲੇ ਬਹੁਤ ਨੇ। ਵਾਵਣ ਹਾਰੇ ਵਜਾਉਣ ਵਾਲੇ ਮਤਲਬ ਗਾਵਹਿ ਤੁਧ ਨੂੰ, ਸਭ ਕੁਝ ਕਰ ਰਿਹਾ। ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ, ਗਾਵਨ ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਈਅਨ, ਕੇਤੇ ਤੇਰੇ ਗਾਵਣ ਹਾਰੇ। ਗਾਵੈ ਤੁਧ ਨੂੰ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ। ਲਿਖ ਲਿਖ ਕਿੰਨਾ ਕੁਛ ਹੈ ਭਾਈ। ਚਿੱਤਰ ਗੁਪਤ ਵੀ ਅੱਗੇ ਪੜੋ। ਫਿਰ ਈਸ਼ਰ ਬ੍ਰਹਮਾ ਦੇਵੀ ਵੀ ਗਾ ਰਹੇ ਨੇ। ਇਸ ਧਰਤੀ ਦੇ 33 ਕਰੋੜ ਦੇਵਤੇ ਜਿਹੜੇ ਮੰਨੇ ਗਏ ਨੇ ਉਹ ਵੀ ਗਾ ਰਹੇ ਨੇ। ਸੂਰਜ ਵੀ ਗਾ ਰਿਹਾ, ਚੰਦਰਮਾ ਵੀ ਗਾ ਰਿਹਾ, ਪਾਣੀ ਵੀ ਕਲ ਕਲ ਦੀਆਂ ਆਵਾਜ਼ਾਂ ਵਿੱਚ ਤੈਨੂੰ ਗਾ ਰਿਹਾ, ਪੰਛੀ ਵੀ, ਕੋਇਲ ਵੀ ਤੈਨੂੰ, ਚਿੜੀ ਵੀ ਤੈਨੂੰ ਗਾ ਰਹੀ ਹੈ। ਹਰ ਇੱਕ ਦਾ ਨਾਦ ਤੈਨੂੰ ਗਾ ਰਿਹਾ। ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਹੋਰ ਕੌਣ ਕੌਣ? ਮਹਾਰਾਜ ਕਹਿੰਦੇ ਹੋਰ ਕੇਤੇ, ਜਪੋ ਜਪੋ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ। ਮਹਾਰਾਜ ਕਹਿੰਦੇ ਉਹ ਮੇਰੇ ਵੀ ਚਿੱਤ ਨਹੀਂ ਆ ਸਕਦੇ ਕੌਣ ਕੌਣ ਗਾ ਰਹੇ ਨੇ, ਉਹ ਮੈਂ ਵੀ ਨਹੀਂ ਬਿਆਨ ਕਰ ਸਕਦਾ। ਦੱਸ ਸਕਦਾ ਕੋਈ ਹੁਕਮ ਕਿੰਨਾ ਵੱਡਾ ਹੈ? ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਹੁਕਮ ਦੇ ਅੱਗੇ ਮੱਥਾ ਨਾ ਲਾਓ, ਹੁਕਮ ਅੱਗੇ ਸਿਰ ਝੁਕਾਓ, ਉਹਨੂੰ ਰਜ਼ਾ ਕਹਿੰਦੇ ਆ। ਇਸ ਕਰਕੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ। ਮੈਂ ਕੀ ਵਿਚਾਰ ਕਰ ਸਕਦਾ? ਇਸ ਕਰਕੇ ਇਹ ਭਾਈ ਉਹਦਾ ਅੰਤ ਨਹੀਂ ਹੈ ਤੇ ਉਹਦੇ ਹੁਕਮ ਅੱਗੇ ਸਿਰ ਝੁਕਾਇਆ ਜਾ ਸਕਦਾ ਹੈ। ਇਸ ਕਰਕੇ ਗੁਰੂ ਅਰਜੁਨ ਸਾਹਿਬ ਕਹਿੰਦੇ ਗਾ ਰਹੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਪਰ ਅੰਤ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਤ ਜਾਤਾ। ਹੁਕਮ ਦੇ ਅੱਗੇ ਸਿਰ ਝੁਕਾਉਣਾ ਜਿਹਨੂੰ ਆ ਜਾਏ, ਉਹ ਕਾਜ਼ੀ ਵੀ ਪ੍ਰਵਾਨ ਹੈ, ਉਹ ਮੁੱਲਾ ਵੀ ਪ੍ਰਵਾਨ ਹੈ, ਉਹ ਬ੍ਰਾਹਮਣ ਵੀ ਪ੍ਰਵਾਨ ਹੈ, ਉਹ ਜੋਗੀ ਵੀ ਪ੍ਰਵਾਨ ਹੈ, ਉਹ ਬਹਾਈ ਵੀ ਪ੍ਰਵਾਨ ਹੈ ਭਾਈ, ਉਹ ਇਸ ਧਰਤੀ ਤੇ ਫਿਰੰਗੀ ਗੋਰਾ ਵੀ ਪ੍ਰਵਾਨ ਹੈ। ਸਭ ਪ੍ਰਵਾਨ ਨੇ। ਕਿਸੇ ਦੀ ਲਕੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਕੱਢਦੀ ਗੁਰੂ ਨਾਨਕ ਸਾਹਿਬ। ਤੇ ਇਸ ਕਰਕੇ ਸਾਰੀ ਧਰਤੀ ਦੇ ਕੁੱਲ ਕਾਇਨਾਤ ਦੇ ਗੁਰੂ ਨੇ, ਕਿਉਂਕਿ ਕਿਸੇ ਦੀ ਲਕੀਰ ਨਹੀਂ ਕੱਟੀ। ਬਸ ਉਹਦੀ ਲਕੀਰ ਅੱਗੇ ਵੱਡੀ ਲਕੀਰ ਖਿੱਚਤੀ ਕਿ ਤੂੰ ਜੋ ਕਰ ਰਿਹਾ ਉਹ ਗਲਤ ਹੈ। ਜੇ ਬ੍ਰਾਹਮਣ ਹੈ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਅਸਲ ਬ੍ਰਾਹਮਣ ਉਹ ਹੈ ਜਿਹੜਾ ਰੱਬ ਨਾਲ ਜੁੜੇ। ਜੇ ਪੰਡਤ ਹੈ ਫਿਰ ਝੂਠ ਨਾ ਬੋਲ, ਸਵਰਗ ਨਰਕ ਦੇ ਡਰਾਵੇ ਨਾ ਦੇ। ਸੋ ਪੰਡਤ ਜੋ ਮਨ ਪਰ ਬੁੱਧ ਹੈ,
राम नाम आत्म में सुध है। जे तू काजी है, जे तू मुसलमान है, फिर कुफर ना कर, वड्डी लैके हलाल ना कमा, कि तू दलाली लैके झूठे फैसले ना कर। की करिए? मुसलमान मोम दिल होवे। कहते जिस तरह मोम अपने आप ਨੂੰ ਸਾੜ ਕੇ ਦੂਜਿਆਂ ਨੂੰ ਚਾਨਣਾ ਦਿੰਦੀ ਹੈ, ਤੂੰ ਮੋਮ ਦਿਲ ਹੋ ਜਾ, ਤੂੰ ਸਖਤ ਦਿਲ ਨਾ ਹੋ। ਇਹ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਵੱਡੀ, ਜਿਹਨੂੰ ਜੋਗੀਆਂ ਨੇ ਵੀ ਕਹਿਤਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਪੋ ਜੀ, ਧੰਨ ਨਾਨਕ ਤੇਰੀ। ਅੱਜ ਤੋਂ ਪਹਿਲਾਂ ਇਹੋ ਜਿਹਾ ਨਬੀ ਨਹੀਂ ਆਇਆ, ਕੋਈ ਪੈਗੰਬਰ ਨਹੀਂ ਆਇਆ, ਕੋਈ ਨਹੀਂ ਆਇਆ ਇਸ ਧਰਤੀ ਤੇ ਜਿਹੜਾ ਕਹਿੰਦਾ ਤੁਸੀਂ ਵੀ ਭਲੇ ਹੋ ਜਾਓਗੇ, ਤੁਸੀਂ ਵੀ ਐਂ ਕਰ ਲਓ, ਤੁਹਾਡਾ ਧਰਮ ਵੀ ਠੀਕ। ਉਹ ਕਹਿੰਦਾ ਜੋ ਕੁਛ ਹੈ ਮੇਰਾ ਹੀ ਹੈ, ਸਭ ਕੁਛ ਛੱਡ ਕੇ ਮੇਰੇ ਕੋਲ ਆ ਜਾਓ। ਪਰ ਇੱਕ ਵਾਹਿਦ ਗੁਰੂ ਨਾਨਕ ਸਾਹਿਬ ਨੇ, ਜੇ ਕੋਈ ਬ੍ਰਾਹਮਣ ਹੈ ਤੇ ਸੱਚਾ ਬ੍ਰਾਹਮਣ ਕਿਵੇਂ ਹੋਏ, ਜੇ ਕੋਈ ਪੰਡਤ ਹੈ ਤੇ ਸੱਚਾ, ਜੇ ਕੋਈ ਮੁਸਲਮਾਨ ਕਾਜ਼ੀ ਮੁੱਲਾ ਕੋਈ ਹਾਫਿਜ਼ ਹੈ ਉਹ ਸੱਚਾ ਕਿਵੇਂ ਹੋਏ, ਤੇ ਜੇ ਕੋਈ ਇਸ ਧਰਤੀ ਤੇ ਸਿੱਖ ਬਣਿਆ ਨਾ ਤੇ ਫਿਰ ਉਹ ਸਿੱਖ ਕਿਵੇਂ ਹੋਏ, ਉਹ ਵੀ ਗੁਰੂ ਨਾਨਕ ਸਾਹਿਬ ਹੀ ਦੱਸਦੇ ਨੇ। ਆਓ ਜੀ, ਜੋ ਵਰਤਾਰਾ ਸੀ ਵਰਤੀਏ, ਕਿਉਂਕਿ ਇਹ ਗੱਲ ਸਮਝਣੀ ਅਤ ਲੋੜੀਂਦੀ ਹੈ। ਅਜੇ ਪ੍ਰਕਾਸ਼ ਤੱਕ ਨਹੀਂ ਆਇਆ ਸੀ। ਇਹ ਹੁਕਮ ਪਛਾਣਾਂਗੇ ਤੇ ਤਾਈਓ ਗੁਰੂ ਨਾਨਕ ਸਾਹਿਬ ਦੀ ਸੋਝੀ ਆਏਗੀ ਸਾਨੂੰ, ਕਿ ਗੁਰੂ ਨਾਨਕ ਸਾਹਿਬ, ਕਿਉਂਕਿ ਦੋ ਸ਼ਬਦ ਤੁਸੀਂ ਪੜ੍ਹੇ ਸੁਣੇ ਭਾਈ ਸਾਹਿਬ ਤੋਂ ਆਸਾ ਕੀ ਵਾਰ ਤੋਂ ਬਾਅਦ, ਇੱਕ ਧੰਨ ਧੰਨ ਹਮਾਰੇ ਭਾਗ ਘਰ ਆਇਆ, ਇਹ ਸ਼ਬਦ ਤੁਸੀਂ ਪੜ੍ਹਿਆ। ਦੂਸਰਾ ਆਵੋ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਵਣਾ, ਇਹ ਦੋ ਸ਼ਬਦ ਗੁਰਮੁਖਾਂ ਪਾਸੋਂ ਤੁਸੀਂ ਸਰਵਣ ਕੀਤੇ। ਉਹ ਆਓ ਜੀ, ਉਹ ਹਿਰਦੇ ਦੀ ਸੇਜ 'ਚ ਤਾਂ ਆਏਗਾ ਜੇ ਸੇਜ ਤਿਆਰ ਹੋਏਗੀ, ਜੇ ਹੁਕਮ ਮੰਨਣ ਵਾਲੀ ਰਜ਼ਾ ਵਾਲੀ ਸੇਜ ਹੋਏਗੀ ਤੇ ਤਾਂ ਉਹ ਪ੍ਰਗਟ ਹੋਏਗਾ। ਗੁਰੁਖਤ ਸੇਜਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਚਰਨ ਨਹੀਂ ਪਾਉਣੇ। ਹਾਲ ਕੀ ਸੀ? ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਬ੍ਰਾਹਮਣਾਂ ਨੇ ਨਰਕ ਸੁਰਗ ਦਾ ਡਰਾਵਾ ਦਿੱਤਾ, ਕਹਿਰ ਕੀਤਾ। ਜੋਗੀ ਜੁਗਤ ਨਾ ਜਾਣੈ ਅੰਧ, ਜੋਗੀ ਕਹਿੰਦੇ ਗ੍ਰਸਤੀ ਪਾਪੀ ਨੇ ਤੇ ਅਸੀਂ ਸੁੱਚੀਆਂ, ਅਸੀਂ ਜੋ ਕਰ ਰਹੇ ਹਾਂ ਸਭ ਠੀਕ ਕਰ ਰਹੇ ਹਾਂ। ਤੁਸੀਂ ਗ੍ਰਸਤ ਵਿੱਚ ਰਹਿ ਕੇ ਰੱਬ ਨੂੰ ਨਹੀਂ ਪਾ ਸਕਦੇ, ਤੁਸੀਂ ਨੀਵੇਂ ਹੋ, ਮਾੜੇ ਹੋ, ਪਾਪੀ ਹੋ। ਗ੍ਰਸਤ ਤਿਆਗੋ ਤੇ ਆਓ ਪਹਾੜਾਂ ਦੀ ਕੰਦਰਾਂ 'ਚ। ਜੋਗ ਦਾ ਮਤਲਬ ਇਹ ਨਹੀਂ ਕਿ ਵਿਭੂਤੀ ਮੰਨ ਲੈਣੀ, ਜਾਂ ਸਿਰ ਦੇ ਉੱਤੇ ਜਟਾਂ ਬਲਾ ਲੈਣੀਆਂ, ਜਾਂ ਨਗਦ ਫਿਰਨਾ, ਜਾਂ ਪਹਾੜਾਂ ਦੀ। ਜੋਗ ਦਾ ਮਤਲਬ ਹੈ ਮਿਲਾਪ। ਜੋਗ ਦਾ ਸਿੱਧਾ ਅਰਥ ਹੈ, ਜਿੰਨੀ ਮਰਜ਼ੀ ਤੁਸੀਂ ਸੰਸਕ੍ਰਿਤ ਡਿਕਸ਼ਨਰੀ ਮਿਲਦੀ ਹੈ ਗੂਗਲ ਤੇ, ਜੇ ਉਹਦੇ ਵਿੱਚ ਜੋਗ ਨੂੰ ਟਾਈਪ ਕਰਕੇ ਫਾਈਂਡ ਕਰੋ ਨਾ, ਜੋਗ ਦਾ ਮਤਲਬ ਹੀ ਹੈ ਮਿਲਾਪ, ਮਰਜ, ਕਿ ਰੱਬ ਤੋਂ ਮਿਲਾਪ ਕਿਵੇਂ ਹੋਏ। ਜੋਗੀ ਜੁਗਤ ਨਾ ਜਾਣੈ ਅੰਧ, ਮਿਲਾਪ ਦੀ ਜੁਗਤ ਤੇ ਜਾਣੀ ਨਹੀਂ। ਤੇ ਸਾਰੇ ਜੋ ਪੋਤੀ ਨੇ ਉਹ ਜਾੜੇ ਕਾ ਬੰਦ, ਤਿੰਨਾਂ ਨੇ ਉਜਾੜਾ ਪਾਇਆ। ਭੇਖ ਕਰਕੇ, ਬਾਹਰੋਂ ਭੇਖ ਸੀ, ਅੰਦਰ ਸੱਚ ਨਹੀਂ ਸੀ। ਤੇ ਇਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਆ, ਕਹਿੰਦੇ ਕੱਲ ਆਈ ਕੁੱਤੇ ਮੂੰਹੀ। ਸੁਣਿਓ ਹੁਣ, ਇਹ ਧਰਮ ਦੀ ਗੱਲ ਕੀਤੀ ਹੈ। ਜੇ ਧਰਮ ਦੇ ਵਿੱਚ ਇੰਨਾ ਕੁਫਰ ਤੋਲਿਆ, ਕਾਦੀ ਵੀ ਝੂਠੇ ਹੋ ਗਏ, ਕਾਜ਼ੀ ਜਿਹਨੂੰ ਕਿਹਾ, ਬ੍ਰਾਹਮਣ ਪੰਡਤ ਵੀ ਝੂਠੇ ਹੋ ਗਏ ਕਿ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਆਓ ਜੀ ਤੁਹਾਨੂੰ ਸਵਰਗ ਦਈਏ। ਮਨ ਕੀ ਮੈਲ ਨਾ ਉਤਰੈ ਇਨ ਬਿਦ, ਜੇ ਲੱਖ ਯਤਨ ਕਰਾਏ। ਇਹੋ ਨਹੀਂ ਸਵਰਗ ਮਿਲਣਾ, ਇਹੋ ਨਹੀਂ ਪ੍ਰਾਪਤੀ ਹੋਣੀ। ਕਿੰਨਾ ਕੁ ਭਗਤਾਂ ਨੇ ਜਰਿਆ ਆਪਣੇ ਪਿੰਡੇ ਤੇ। ਭਗਤ ਨਾਮਦੇਵ ਜੀ ਤੇ ਹਸਤ ਖਿਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨਰੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ। ਰੱਬ ਫਿਰ ਦੱਸ ਦਿੰਦਾ ਦੁਨੀਆ ਦੇ ਲੋਕਾਂ ਨੂੰ। ਜੇ ਦੁਨੀਆ ਕਹਿਰ ਢਾਉਣ ਤੋਂ ਨਹੀਂ ਹਟਦੀ, ਫਿਰ ਰੱਬ ਆਪਣਾ ਕਹਿਰ ਦੁਨੀਆ ਦੇ ਲੋਕਾਂ ਨੂੰ ਦੱਸਦਾ ਹੈ ਕਿ ਦੇਹੁਰਾ ਵੀ ਮੈਂ ਫਿਰਾ ਸਕਦਾ ਫਿਰ ਭਗਤਾਂ ਲਈ। ਇਹੀ ਤੇ ਕਿਹਾ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ। ਤੇ ਇਹ ਬ੍ਰਾਹਮਣਾਂ ਦੇ, ਇਹੀ ਤੇ ਧਰਮ ਦੇ ਆਗੂਆਂ ਨੇ ਕੀਤਾ ਸੀ। ਆਲਾਵੰਤੀ ਇਹ ਭ੍ਰਮ ਜੋ ਹੈ, ਕਿ ਕਿੱਥੇ ਇਹ ਧਰਮ ਦੇ ਆਗੂਆਂ ਨੂੰ ਭਰਮ ਪੈ ਗਿਆ ਕਿ ਅਸੀਂ ਉੱਚੇ ਤੇ ਤੁਸੀਂ ਨੀਵੇਂ, ਅਸੀਂ ਰੱਬ ਨੂੰ ਤੁਹਾਡੇ ਨਾਲ ਮਿਲਾ ਸਕਦੇ ਹਾਂ, ਹੋਰ ਕੋਈ ਮਿਲ ਨਹੀਂ ਸਕਦਾ। ਬੰਦੇ ਮਿਲ ਸਕਦੇ ਆ ਤੇ ਔਰਤਾਂ ਦਾ ਪਰਛਾਵਾਂ ਨਾ ਪਏ, ਨੀਵੀਆਂ ਜਾਤ ਵਾਲਿਆਂ ਦਾ ਪਰਛਾਵਾਂ ਵੀ ਪ੍ਰਵਾਨ ਨਹੀਂ ਹੈ। ਆਲਾਵੰਤੀ ਕਹਿੰਦੇ ਉੱਚੀ ਜਾਤ ਕਹਾਉਣ ਵਾਲਿਆਂ ਪੁਜਾਰੀਆਂ ਨੂੰ। ਸਮਝੋ ਇਹਦੇ ਵਿੱਚ ਅਸੀਂ ਵੀ ਹਾਂ, ਕਿਸੇ ਤੇ ਕਟਾਕਸ਼ ਨਹੀਂ, ਮੈਂ ਪਹਿਲਾਂ ਬੇਨਤੀ ਕੀਤੀ। ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋਪਿਲਾ। ਤਾਈਓ ਤੇ ਗੁਰੂ ਨਾਨਕ ਸਾਹਿਬ, ਇਹ ਪੜਾਂਗੇ ਅਸੀਂ ਕੱਲ ਦੀ ਸ਼ਾਮ ਦੀ ਵਿਚਾਰ ਦੇ ਵਿੱਚ, ਸਾਰਾ ਗੁਰੂ ਨਾਨਕ ਸਾਹਿਬ ਜੀ ਦੀ ਇਸ ਬਾਣੀ ਨੂੰ
ਜਿਹੜੀ ਗੁਰੂ ਸਾਹਿਬ ਭਗਤਾਂ ਦੀ ਲੈ ਕੇ ਆਏ। ਇਹ ਦਰਸ਼ਨ ਕਰਾਂਗੇ, ਬੜਾ ਵੱਡਾ ਉਪਕਾਰ ਹੈ। ਅੱਜ ਕਬੀਰ ਸਾਹਿਬ ਨੂੰ ਚੇਤੇ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਉਪਕਾਰ ਹੈ। ਭਗਤ ਨਾਮਦੇਵ ਜੀ ਨੂੰ ਜਾਣ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਉਪਕਾਰ ਹੈ। ਪਾਕਪਟਨ 1173, ਬਾਬਾ ਸ਼ੇਖ ਫਰੀਦ ਨੂੰ ਕੌਣ ਜਾਣਦਾ ਇਸ ਧਰਤੀ ਤੇ? ਗੁਰੂ ਨਾਨਕ ਸਾਹਿਬ ਦਾ। ਭਗਤ ਸੈਣ, ਭਗਤ ਸਧਨਾ, ਬਾਬਾ ਸ਼ੇਖ ਫਰੀਦ ਤੋਂ ਵੀ ਪਹਿਲੇ ਦਾ, ਬੰਗਾਲ ਦਾ, ਉਹ 1370 ਦਾ, ਗੁਰੂ ਨਾਨਕ ਸਾਹਿਬ ਕਰਕੇ। ਉਹ ਕਹਿੰਦਾ ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋਪਿਲਾ, ਮੇਰੇ ਤੇ ਕ੍ਰੋਧ ਕਰਦੇ ਨੇ। ਸੂਦ ਸੂਦ ਕਰ ਮਾਰ ਉਠਾਇਓ, ਕਹਿੰਦੇ ਨੀਵਾਂ ਆਖ ਆਖ ਕਰਕੇ ਮੈਨੂੰ ਭਗਤ ਨਾਮਦੇਵ ਕਹਿੰਦੇ ਦੇਹੁਰੇ ਤੋਂ ਬਾਹਰ ਸੁੱਟ ਦਿੱਤਾ। ਕਹਾ ਕਰੇ ਬਾਪ ਬੀਠੂਲਾ, ਮੈਂ ਕੀ ਕਰਾਂ, ਮੇਰੇ ਤੇ ਵਾਸੀ ਨਹੀਂ ਚੱਲਦਾ ਰੱਬ, ਪਰ ਮੇਰੇ ਉੱਤੇ ਤੂੰ ਤਰਸ ਕਰ, ਮੇਰੇ ਉੱਤੇ ਕਿਰਪਾ ਕਰ। ਇਹ ਪੰਡਿਆ ਮੋਕੋ ਡੇਢ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏਲਾ, ਰੱਬ ਮੇਰਾ ਕੁਝ ਨਹੀਂ ਵਿਗੜ ਰਿਹਾ। ਤੂੰ ਦੇਖੀ ਤੇਰੇ ਉੱਤੇ ਲੋਕਾਂ ਦਾ ਵਿਸ਼ਵਾਸ ਨਾ ਟੁੱਟ ਜੇ, ਕਿ ਲੋਕੀ ਕਹਿਣਗੇ ਜੇ ਬੰਦਗੀ ਕਰਨ ਵਾਲਿਆਂ ਦਾ ਹੀ ਹਾਲ ਹੈ ਤੇ ਫਿਰ ਅਸੀਂ ਕਿਉਂ ਬੰਦਗੀ ਕਰੀਏ। ਮੇਰਾ ਕੁਝ ਨਹੀਂ ਘਟਣਾ। ਭਗਤ ਨਾਮਦੇਵ ਕਹਿੰਦੇ ਰੱਬ ਤੂੰ ਦੇਖ ਲਈ ਆਪਣਾ, ਕਿ ਤੇਰੀ ਪੈਜ ਪਛਾਉਂਦੀ, ਪਛਾਉਂਦੀ ਕਹਿੰਦੇ ਤੇਰੀ ਪੈਜ, ਤੇਰੀ ਇੱਜ਼ਤ ਉੱਤੇ ਦਾਗ ਨਾ ਲੱਗ ਜੇ ਹੋਏਲਾ। ਇਸ ਕਰਕੇ ਕੀ ਕੀਤਾ? ਤੁਮ ਜੋ ਦਇਆਲ ਕਿਰਪਾਲ ਕਹੀਅਤ ਹੈ ਅਤ ਭੁਜ, ਕਹਿੰਦੇ ਜਿਹਦੀਆਂ ਬਾਹਾਂ ਦਾ ਅੰਤ ਨਹੀਂ। ਅਤ ਭੁਜ ਦਾ ਮਤਲਬ ਜੋ ਜਿਹਦੇ ਹੁਕਮ ਨੂੰ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦਾ ਪਤਾ ਨਹੀਂ ਕਰ ਕੀ ਦੇ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੀ ਗਤ ਨਾ ਕੋਊ ਜਾਣੈ ਜਪੋ, ਹਰ ਕੀ ਗਤ ਨਾ ਕੋਈ ਨਹੀਂ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ, ਖਿਨ ਮੈਂ ਰਾਓ ਰੰਕ ਕੋ ਕਰਹੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ, ਯਹ ਤਾਕੋ ਵਿਵਹਾਰੇ। ਉਹਦਾ ਨਹੀਂ ਪਤਾ, ਭਰਿਆਂ ਨੂੰ ਖਾਲੀ ਕਰ ਦੇ, ਖਾਲੀ ਨੂੰ ਕਦ ਭਰ ਦੇ। ਉਹ ਅਤ ਭੁਜੈ। ਤੇ ਫਿਰ ਕੀਤਾ ਕੀ? ਕਹਿੰਦੇ ਫੇਰ ਦਿਆ ਦੇਹੁਰਾ ਨਾਮੇ ਕੋ, ਨਾਮੇ ਵੱਲ ਦੇਹੁਰਾ ਫੇਰ ਦਿੱਤਾ। ਕਹਿੰਦੇ ਜਿਹੜੇ ਪੁਜਾਰੀ ਸਨ ਉਹਨਾਂ ਨੂੰ ਪਿਛਵਾੜਲਾ ਦੇਤਾ। ਇਸ ਕਰਕੇ ਜਿਨੇ ਹੁਕਮ ਮੰਨਿਆ ਨਾ, ਜਿਨੇ ਹੁਕਮ ਮੰਨਿਆ, ਜਿਨੇ ਰਜ਼ਾ ਕਹਿਤੀ ਕਿ ਸਿਰ ਮੱਥੇ ਪ੍ਰਵਾਨ ਹੈ, ਫਿਰ ਮਹਾਰਾਜ ਕਹਿੰਦੇ ਹੈ ਗੁਰੂ ਨਾਨਕ ਸਾਹਿਬ, ਫਿਰ ਰੱਬ ਉਹਦੇ ਲਈ ਕੁਦਰਤ ਦਾ ਸੁਭਾਅ ਵੀ ਬਦਲ ਦਿੰਦਾ। ਕੁਦਰਤ ਰੱਬ ਨਹੀਂ ਹੈ, ਕੁਦਰਤ ਰੱਬ ਦੀ ਬਣਾਈ ਹੋਈ ਨਿੱਕੀ ਜਿਹੀ ਸ਼ੈ, ਪੈ ਵਿੱਚ ਪਵਨ ਵਹਿ ਸਦਵਾਓ। ਇਹ ਕੁਦਰਤ ਛੋਟੀ ਜਿਹੀ ਸ਼ੈ, ਰੱਬ ਚਾਹੇ ਤੇ ਕੁਦਰਤ ਦਾ ਸੁਭਾਅ ਵੀ ਬਦਲ। ਨਾਮਦੇਵ ਲਈ ਬਦਲਿਆ, ਕਹੈ ਤਾਂ ਧਰਨ ਅਕੋਡੀ ਕਰੂੰ, ਕਹਿੰਦੇ ਤੂੰ ਆਖੇ ਤੇ ਧਰਤੀ ਮੈਂ ਟੇਢੀ ਹਿਲਾ ਕੇ ਦਿਖਾਵਾਂ ਇੱਕ ਵਾਰੀ ਇਹਨਾਂ ਨੂੰ, ਜੇ ਨਹੀਂ ਤੇ ਅਸਮਾਨ ਥੱਲੇ ਤੇ ਧਰਤੀ ਉੱਤੇ ਕਰਾਂ। ਕੁਦਰਤ ਸੁਭਾਅ ਬਦਲਦੀ ਹੈ। ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਿਆ ਤੁਸੀਂ? ਪੜ੍ਹਦੇ ਹੋ? ਜਪੋ ਹਰ ਕੀ ਵਡਿਆਈ, ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਵੈ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ। ਕੁਦਰਤ ਦਾ ਸੁਭਾਅ ਤੇ ਬਦਲ ਰਿਹਾ ਕਿ ਧਰਤੀ ਸਿਰ ਉੱਤੇ ਆ ਜਾਏਗੀ। ਇਹਦਾ ਮਤਲਬ ਜਿਹੜਾ ਪਾਪ ਕਮਾ ਰਿਹਾ, ਕੁਫਰ ਕਰ ਰਿਹਾ, ਫਿਰ ਰੱਬ ਉਹਨੂੰ ਪੁੱਠਾ ਸਿੱਧਾ ਵੀ ਕਰਕੇ ਦਿਖਾ ਦਿੰਦਾ ਹੈ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਵੈ। ਪਰ ਹਾਲ ਕੀ ਸੀ? ਹਾਲ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਅੱਛਾ ਹੁਣ ਰਾਜਸੀ ਸੁਣੋ, ਰਾਜਸੀ ਕੀ ਹਾਲ ਸੀ ਪੋਲੀਟਿਕਲੀ। ਕਹਿੰਦੇ ਰਾਜੇਸ਼ੀ, ਮੁਕੱਦਮ ਕੁੱਤੇ, ਤਿੰਨੋਂ ਅਵਸਥਾਵਾਂ ਅੱਜ ਬਿਆਨ ਕਰਾਂਗੇ। ਪੋਲੀਟੀਕਲ ਕੰਡੀਸ਼ਨ, ਸੋਸ਼ਲ ਕੰਡੀਸ਼ਨ ਐਂਡ ਰਿਲੀਜੀਅਸ ਕੰਡੀਸ਼ਨ, ਸੋ ਕਾਲਡ। ਤੇ ਬਾਣੀ ਤ੍ਰੈਲੋਕੀ ਸੱਤ ਹੈ। ਇਟ ਵਾਜ਼ ਟਰੂ ਐਟ ਦ ਟਾਈਮ ਆਫ ਗੁਰੂ ਨਾਨਕ ਦੇਵ ਜੀ, it is true now, and it will be the only eternal truth at the end of this world. ਸੰਸਾਰ ਦੇ ਅੰਤ ਤੱਕ ਵੀ ਇਹ ਸੱਚ ਰਹਿਣ ਵਾਲਾ ਹੈ। ਇਹ ਸਦਾ, ਇਹ ਤ੍ਰੈਲੋਕੀ ਸੱਤ ਹੈ, ਤ੍ਰੈਕਾਲ ਸੱਤ ਹੈ। ਇਹ ਅਕਾਲ ਹੈ ਜਿਹੜਾ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਕਰਕੇ ਰਾਜੇ ਸ਼ੀ ਮੁਕੱਦਮ ਕੁੱਤੇ, ਰਾਜੇ ਸ਼ੀ ਸ਼ੇਰ ਬਣ ਗਏ, ਲਹੂ ਪੀਣ ਵਾਲੇ। ਉਹਨਾਂ ਦੇ ਅੱਗੇ ਫਿਰ ਸਲਾਹਕਾਰ, ਸਿਪਾਹ ਸਲਾਰ, ਮੰਤਰੀ ਸੰਤਰੀ, ਮੁਕੱਦਮ, ਉਹ ਕੁੱਤੇ ਬਣ ਗਏ। ਕੁੱਤਿਆਂ ਦਾ ਸੁਭਾਅ ਹੁੰਦਾ ਭਾਂਡੇ 'ਚ ਮੂੰਹ ਮਾਰਨਾ, ਚੱਟਣ ਵਾਲੇ। ਜਾਏ ਜਗਾਇਨ ਬੈਠਣ ਸੁੱਤੇ, ਚਾਕਰ ਨਹਾਂਦਾ ਪਾਇਨ ਘਾਓ। ਤੇ ਅੱਗੇ ਫਿਰ ਰਾਜਿਆਂ ਦੇ ਜਿਹੜੇ ਸਲਾਹਕਾਰ ਸੀ, ਤੇ ਸਲਾਹਕਾਰ ਦੇ ਅੱਗੇ ਫਿਰ ਜਿਹੜੇ, ਜਿਹਨੂੰ ਅਸੀਂ ਡਿਪਲੋਮੈਟਸ ਜਾਂ ਜਿਹਨੂੰ ਅਸੀਂ ਅਫਸਰ ਕਹਿੰਦੇ ਹਾਂ, ਜਿਹਨੂੰ ਅਸੀਂ ਕੰਮ ਕਰਨ ਵਾਲੇ ਲੋਕਾਂ ਦੇ ਨਾਲ
ਮਿਲਣ ਜੁਲਣ ਵਾਲੇ, ਕੰਮ ਕਰਾਉਣ ਵਾਲੇ। ਕਹਿੰਦੇ ਉਹ ਚਾਕਰ ਨਹਾਂਦਾ ਪਾਇਨ ਘਾਓ, ਕਹਿੰਦੇ ਉਹ ਪੈਰਾਂ ਦੀਆਂ ਨੌਂਦਰਾਂ ਬਣ ਗਏ। ਕਹਿੰਦੇ ਪਹਿਲਾਂ ਸ਼ੇਰ ਦੀ ਨਹੀਂ ਆਈ, ਇੱਥੇ ਰਾਜਿਆਂ ਨੇ ਲੋਕਾਂ ਨੂੰ ਖਾ ਲਿਆ, ਵੱਢ ਲਿਆ, ਮੁਕੱਦਮਾ ਨੇ ਚੱਟ ਲਿਆ, ਬਚਿਆ ਹੋਇਆ ਡਿੱਗਿਆ ਹੋਇਆ। ਤੇ ਚਾਕਰ ਨਾਂਦਾ, ਜਿਹੜੇ ਅੱਗੇ ਚਾਕਰ ਸਨ, ਜਿਹੜੇ ਅੱਗੇ ਕੰਮ ਕਰਨ ਵਾਲੇ ਸਨ, ਆਫਿਸਰਸ, ਨਾਂਦਾ ਪਾਓ, ਉਹਨਾਂ ਨੇ ਪੰਜਿਆਂ ਦੀ ਤਰ੍ਹਾਂ ਰਹਿੰਦੀ ਕੂੰਦੀ ਖਸਰ ਵੀ ਲੋਕਾਂ ਨੂੰ ਪੱਟ ਪੱਟ ਕੇ ਕਹਿੰਦੇ ਖੁਰਚੇ ਮਾਰ ਮਾਰ ਕੇ ਲਾ ਦਿੱਤੀ। ਹਾਏ ਹਾਏ ਕੀਤੀ ਸੰਸਾਰ ਨੇ, ਇਹ ਕੀ ਹੋ ਰਿਹਾ, ਇਹ ਕਿਹੜੇ ਪਾਸੇ ਸੰਸਾਰ ਚਲਾ ਗਿਆ। ਲੋਕੀ ਤੇ ਰਾਜਿਆਂ ਤੋਂ ਆਸ ਕਰਦੇ ਆ ਭਲਾ ਕਰੇਗਾ, ਪਰ ਰਾਜਾ ਜੇ ਨਚੋੜਨ ਲੱਗ ਜਾਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਉਸ ਵੇਲੇ ਵੀ ਸੱਚ ਤੇ ਰਹਿੰਦੀ ਧਰਤੀ ਤੱਕ ਸੱਚ ਰਹੇਗਾ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠਣ ਸੁੱਤੇ, ਚਾਕਰ ਨਹਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਇਹ ਹਾਲ ਸੀ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਕਿ ਕੱਲ ਆਈ ਕੁੱਤੇ ਮੂੰਹੀ। ਕਲਯੁਗ ਐਸਾ ਆਇਆ ਜਿਵੇਂ ਕੁੱਤੇ ਦਾ ਮੂੰਹ ਕਦੀ ਨਹੀਂ ਰੱਜਦਾ ਨਾ, ਭਾਂਡਾ ਮਾੜਾ ਜਿਹਾ ਖੜਕੇ ਤੇ ਫਿਰ ਭਾਂਡੇ 'ਚ ਮੂੰਹ ਮਾਰਦਾ। ਕੁੱਤੇ ਦਾ ਸੁਭਾਅ ਆਪਣੇ ਮੂੰਹ 'ਚ ਹੱਡੀ ਹੈ ਤੇ ਪਰਛਾਵਾਂ ਵੇਖ ਕੇ ਫਿਰ ਆਪਣੀ ਹੱਡੀ ਛੱਡ ਦਿੰਦਾ, ਲੋਭ ਇੰਨਾ। ਕੁੱਤੇ ਵਾਲਾ ਸੁਭਾਅ ਇਸ ਧਰਤੀ ਦੇ ਲੋਕਾਂ ਦਾ, ਰਾਜਿਆਂ ਦਾ ਹੋ ਗਿਆ, ਵੱਡਿਆਂ ਦਾ। ਜਿਹੜੇ ਆਗੂ ਸਨ ਉਹ ਕੀ ਭਲਾ ਕਰਨਗੇ, ਜਿਹੜੇ ਲੱਭ ਕੁੱਤਾ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੁੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸਕਸ ਆਪ ਸਲਾਉਣੇ ਇਹ ਕਰਮ ਮੇਰੇ ਕਰਤਾਰ। ਬਸ ਆਪਣੀ ਆਪਣੀ ਮਸ਼ਹੂਰੀ, ਆਪਣੀ ਮਸ਼ਹੂਰੀ, ਆਪਣੇ ਆਪ ਨੂੰ ਹੀ ਪ੍ਰਚਾਰੀ ਜਾਣਾ, ਅਸੀਂ ਇਹ ਹੁੰਦੇ ਹਾਂ, ਅਸੀਂ ਰਸਕਸ ਆਪ ਸਲਾਉਣੇ। ਇਹ ਹਾਲ ਹੋ ਗਿਆ। ਮਹਾਰਾਜ ਜੀ ਕਹਿੰਦੇ ਕੁੱਤਿਆਂ ਵਾਲਾ ਸੁਭਾਅ ਹੋ ਗਿਆ, ਮੈਂ ਹੀ ਮੈਂ। ਜਿਸ ਤਰ੍ਹਾਂ ਕਿਸੇ ਇਲਾਕੇ ਦਾ ਕੁੱਤਾ ਕਿਸੇ ਹੋਰ ਇਲਾਕੇ 'ਚ ਚਲਾ ਜਾਏ ਨਾ, ਇਹ ਵੀ ਹੈ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ, ਇਸ ਸ਼ਬਦ ਦਾ ਆਖਰੀ ਪਦਾ ਏਤੇ ਕੂਕਰ ਹੋਂ ਬੈਗਾਨਾ, ਭੌਕਾਂ ਇਸਤਨਤਾਈ। ਇਸ ਤਰ੍ਹਾਂ ਬੇਗਾਨੀ ਜੂ ਦੇ ਕੁੱਤੇ ਕਿਸੇ ਹੋਰ ਬੇਗਾਨੇ ਮੁਲਕ 'ਚ ਚਲੇ ਜਾਣ, ਜੇ ਇੱਥੇ ਇਸ ਸ਼ਹਿਰ ਦੇ ਵਿਦਿਆਨਗਰ ਦੇ ਕੁੱਤੇ ਇੱਥੇ ਆ ਜਾਣ ਜੰਕਸ਼ਨ ਦੇ ਵਿੱਚ, ਤੇ ਜੰਕਸ਼ਨ ਦੇ ਕੁੱਤੇ ਟੁੱਟ ਕੇ ਪੈ ਜਾਣਗੇ ਉਹਨਾਂ ਉੱਤੇ। ਇਹ ਮਹਾਰਾਜ ਜੀ ਬਾਣੀ 'ਚ ਜ਼ਿਕਰ ਕਰਦੇ ਆ। ਇਹ ਹਾਲ ਆਗੂਆਂ ਦਾ ਹੋ ਗਿਆ, ਇੱਕ ਦੂਸਰੇ ਨੂੰ ਹੀ ਨਚੋੜਨ ਲੱਗੇ। ਕਰਨਾ ਲੁਕਾਈ ਦਾ ਭਲਾ ਸੀ, ਪਰ ਆਪਣੇ ਆਪ ਦੀ ਸਿਫਤ ਸਲਾਹ, ਆਪਣੇ ਆਪ ਨੂੰ ਹੀ ਸੱਚ ਕਹਾਉਣ ਲੱਗ ਗਏ। ਬਾਬਾ ਇਵੇਂ ਨਹੀਂ, ਬੋਲੀ ਹੈ ਪਤ ਹੋਏ, ਉਹ ਬੋਲ ਜਿਹਦੇ ਨਾਲ ਤੇਰੀ ਇੱਜ਼ਤ ਹੈ। ਫਿਰ ਸੁਣੋ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਕਿ ਲੱਭ ਕੁੱਤਾ ਕੂੜ ਚੁੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸਕਸ ਆਪ ਸਲਾਉਣੇ ਇਹ ਕਰਮ ਮੇਰੇ ਕਰਤਾਰ। ਬਾਬਾ ਬੋਲਿਆ ਪਤ ਹੋਏ, ਉਹ ਬੰਦਿਆ ਉਹ ਕੰਮ ਕਰ ਜਿਸ ਕੰਮ ਕੀਤਿਆਂ ਤੇਰੀ ਇੱਜ਼ਤ ਰਹਿ ਜੇ, ਇੱਥੇ ਵੀ ਤੇ ਸੱਚੀ ਦਰਗਾਹ ਦੇ ਵਿੱਚ ਵੀ। ਬਾਬਾ ਬੋਲਿਆ ਪਤ ਹੋਏ, ਉੱਤਮ ਸੇਦਰ ਉੱਤਮ ਕਹੀਐ, ਨੀਚ ਕਰਮ ਬਹਿ ਰੋਏ। ਜੇ ਨੀਚ ਕਰਮ ਕਹੇਗਾ ਤੇ ਦੁਨੀਆ ਕਦੀ ਤੈਨੂੰ ਉੱਤਮ ਕਰਕੇ ਯਾਦ ਨਹੀਂ ਕਰੇਗੀ, ਹਾਏ ਹਾਏ ਕਰੇਗੀ ਜਦ ਤੇਰਾ ਨਾਮ ਲਏਗੀ। ਇਸ ਕਰਕੇ ਕੱਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਖਾਜ ਕਹਿੰਦੇ ਹੈ ਖਾਣਾ, ਮੁਰਦਾਰ ਕਹਿੰਦੇ ਰਿਸ਼ਵਤਾਂ, ਝੂਠ, ਫਰੇਬੀ। ਬਸ ਆਪਣੇ ਘਰ ਭਰ ਲੋ, ਲੁਕਾਈ ਭਾਵੇਂ ਟੱਠੇ ਖੂਹ 'ਚ ਜਾ ਕੇ ਪਏ। ਇਹ ਭਾਈ ਗੁਰਦਾਸ ਜੀ ਕਹਿੰਦੇ ਇਹ ਹਾਲ ਉਸ ਵੇਲੇ ਤੇ ਸਦਾ ਹੀ ਰਹਿਣ ਵਾਲਾ ਹੈ ਜੇ ਇਸ ਤਰ੍ਹਾਂ ਦੀ ਬਿਰਤੀ ਰਹੇਗੀ। ਕੱਲ ਆਈ ਕੁੱਤੇ ਮੂੰਹੀ, ਖਾਜ ਹੁਆ ਮੁਰਦਾਰ ਗੁਸਾਈ, ਪ੍ਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਵਲਾਈ। ਤੇ ਫਿਰ ਪ੍ਰਜਾ ਨੂੰ ਵੀ ਪਤਾ ਨਹੀਂ, ਅੱਧੇ ਪਿੱਛ ਲੱਗ ਕੇ ਉਹਨਾਂ ਝੂਠਿਆਂ ਨੂੰ ਹੀ ਗਾਉਣ ਲੱਗ ਜਾਂਦੇ ਆ ਕਿ ਨਹੀਂ ਜੀ ਨਹੀਂ, ਠੀਕ ਹੈ ਜੀ, ਜੋ ਹੋ ਰਿਹਾ ਜਿਵੇਂ ਕਰੇਗਾ ਅਸੀਂ ਮੰਨਾਂਗੇ। ਪ੍ਰਜਾ ਅੰਧੀ ਗਿਆਨ ਬਿਨ, ਗਿਆਨ ਹੀ ਨਹੀਂ ਕਿ ਭਾਈ ਤੁਸੀਂ ਆਪਣਾ ਕਿੱਥੇ ਸਵਾਰ ਰਹੇ ਹੋ। ਇੱਥੇ ਤੇ ਬਹੁਤ ਨੇ। ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਸੁਣਿਓ, ਬੜੀ ਕਮਾਲ ਦੀ ਆਈ ਹੈ, ਕਵੀ ਸੰਤੋਖ ਸਿੰਘ ਨੇ ਲਿਖੀ ਹੈ। ਇੱਕ ਦਿਨ ਇੱਕ ਬੰਦਾ ਬੈਠਾ, ਇਸ ਪਾਸੇ ਸਮੁੰਦਰ ਦਾ ਕੰਢਾ ਸੀ ਤੇ ਇੱਥੇ ਸਮੁੰਦਰ ਸੀ। ਸਮੁੰਦਰ ਦੇ ਕੰਢੇ ਤੇ ਬੈਠਾ ਤੇ ਬੜੀ ਪਿਆਸ ਲੱਗੀ ਉਹਨੂੰ। ਸਮੁੰਦਰ ਦਾ ਪਾਣੀ ਕਿੱਥੋਂ ਪੀਏ ਉਹਨੂੰ, ਖਾਰਾ। ਮੀਂਹ ਪਿਆ ਮੌਲਾ ਧਾਰ, ਪਰ ਹੈਰਾਨੀ ਦੀ ਗੱਲ ਉਹ ਸਮੁੰਦਰ ਦੇ ਉੱਤੇ ਹੀ ਬੱਦਲ ਵਰਸਿਆ, ਕਿ ਜਿੱਥੇ ਉਹ ਬੈਠਾ ਉੱਤੇ ਤੇ ਸੁੱਕਾ ਰਹਿ ਗਿਆ। ਤੇ ਉਹਨੇ ਦੁਆ ਕੀਤੀ ਕਿ ਰੱਬ ਤੂੰ ਕਹਿਰ ਕਰ ਰਿਹਾ। ਕੀ ਦੁਆ? ਉਹ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ। ਇੱਕ ਸਾਖੀ ਚਲਦੀ ਬੜੀ ਕਮਾਲ ਦੀ, ਤੀਸਰੀ ਉਦਾਸੀ 'ਚ। ਉਹ ਗੁਰੂ ਨਾਨਕ ਸਾਹਿਬ ਨੂੰ ਬਾਅਦ 'ਚ ਮਿਲਿਆ, ਪਰ ਪਹਿਲੇ ਉਹਨੇ ਦੁਆ ਕੀਤੀ ਕਿ ਰੱਬ ਤੂੰ ਤੇ ਕਹਿਰ ਕਰ ਰਿਹਾ, ਜਿੱਥੇ ਪਾਣੀ ਉੱਥੇ ਪਾਣੀ ਵਰਸਾਈ ਜਾਂਦਾ, ਜਿੱਥੇ ਸੁੱਕਾ ਉੱਥੇ ਪਾਣੀ ਨਹੀਂ ਵਰਸਾਉਂਦਾ। ਇਹਦਾ ਜਵਾਬ ਉਹਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਿ ਤੂੰ ਜਿਹੜੀ ਦੁਆ ਪੜ੍ਹ ਕੇ ਆਇਆ ਨਾ ਪਿੱਛੇ, ਇਹ ਰੱਬ ਦੇ ਹੁਕਮ ਤੋਂ ਬਾਹਰ ਦੁਆ ਨਾ ਪੜਿਆ ਕਰ, ਉਹਦੀ ਰਜ਼ਾ ਵਿੱਚ ਹੈ। ਕਹਿੰਦੇ ਕਿਉਂ? ਕਹਿੰਦੇ ਤੈਨੂੰ ਲੱਗਦਾ ਕਿ ਇੱਥੇ ਸੁੱਕਾ ਹੈ ਤੇ ਉੱਥੇ ਪਾਣੀ ਹੈ,
ਪਰ ਤੈਨੂੰ ਇਹ ਨਹੀਂ ਪਤਾ ਕਿ ਰੱਬ ਦੇ ਬਣਾਏ ਹੋਏ ਕਈ ਜੀ ਸਮੁੰਦਰ ਵਿੱਚ ਰਹਿੰਦੇ ਆ, ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀਂਦੇ, ਉਹਨਾਂ ਨੂੰ ਰੱਬ ਵਰਸਾ ਕੇ ਮੀਂਹ ਤੇ ਮਿੱਠਾ ਪਾਣੀ ਦਿੰਦਾ। ਤੈਨੂੰ ਇਹ ਨਹੀਂ ਪਤਾ। ਇਸ ਕਰਕੇ ਜਿਹੜੀ ਪ੍ਰਜਾ ਇਹ ਕਹਿੰਦੀ ਨਹੀਂ ਜੀ ਨਹੀਂ, ਸਾਡਾ ਭਲਾ ਹੋਏ, ਅਗਲਾ ਜੋ ਮਰਜ਼ੀ ਦੇਖੇ, ਸਾਡਾ ਸਵਰ ਨਹੀਂ ਭਾਈ। ਸਭ ਦਾ ਭਲਾ ਕਰਨ ਵਾਲਾ ਉਹ ਰੱਬ ਹੈ। ਜੇ ਰਜ਼ਾ ਦੇ ਵਿੱਚ ਤੁਰੋਗੇ ਤੇ ਭਲਾ ਹੋਣਾ ਹੈ। ਸਤਿਗੁਰੂ ਜੀ ਦੀ ਬਾਣੀ ਇਹੀ ਸੱਚ ਦਰਾਉਂਦੀ ਹੈ। ਫਰੀਦਾ ਬੁਰੇ ਦਾ ਇਹੀ ਭਾਈ ਗੁਰਦਾਸ ਜੀ ਕਹਿੰਦੇ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਚੇਲੇ ਸਾਜ ਵਜਾਉਂਦੇ, ਕਹਿੰਦੇ ਨੱਚਨ ਗੁਰੂ ਬਹੁ ਬਿਦ ਭਾਈ। ਚੇਲੇ ਤੇ ਗੁਰੂਆਂ ਦਾ ਰਿਸ਼ਤਾ ਹੀ ਖਤਮ ਹੋ ਗਿਆ, ਪੁੱਠਾ ਹੀ ਹੋ ਗਿਆ ਕੰਮ। ਕੋਈ ਸਤਿਕਾਰ, ਕੋਈ ਉਸਤਾਦੀ, ਕੋਈ ਸ਼ਾਗਿਰਦੀ ਨਹੀਂ ਰਹੀ। ਚੇਲੇ ਸਾਜ ਵਜਾਉਂਦੇ, ਝੂਠੇ ਹੋ ਗਏ ਗੁਰੂ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ। ਦੁਨੀਆ ਉਹਨਾਂ ਦੇ ਪਿੱਛੇ ਤੁਰ ਗਈ ਗੁਰੂ ਗੁਰੂ ਆਖ ਕੇ, ਪਰ ਸੱਚੇ ਤੋਂ ਟੁੱਟ ਗਏ। ਸੱਚੇ ਤੋਂ ਟੁੱਟ ਗਏ, ਸੱਚੇ ਗੁਰੂ ਤੋਂ ਟੁੱਟ ਕੇ। ਯਾਦ ਰੱਖਿਓ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਹੋ, ਗੁਰ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਤ ਸੰਸਾਰ ਮੇ। ਸੱਚੇ ਗੁਰੂ ਤੋਂ ਟੁੱਟ ਗਏ, ਫਿਰ ਕੱਛਿਆਂ ਦੇ ਨਾਲ ਨਹੀਂ ਹੋਣੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹੈ, ਦਾਤਾ ਉਸ ਕੋਲ ਨਾ ਜਾਈ, ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਫਿਰ ਤੂੰ ਮੰਗਤਾ ਨਾ ਰਹਿ ਜੀ ਬਾਰ ਬਾਰ, ਇੱਕੋ ਵਾਰੀ ਮੰਗ ਲੈ ਉਸ ਤੋਂ। ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਇਸ ਕਰਕੇ ਭਾਈ ਗੁਰਦਾਸ ਕਹਿੰਦੇ, ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਇਹ ਹਾਲ ਸੀ। ਚੇਲੇ ਸਾਜ ਵਜਾਉਂਦੇ, ਨੱਚਨ ਗੁਰੂ ਬਹੁ ਬਿਦ ਭਾਈ। ਸੇਵਕ ਬੈਠਣ ਘਰਾਂ ਵਿੱਚ। ਕਹਿੰਦੇ ਫਿਰ ਕਹਿੰਦੇ, ਗੁਰ ਉੱਠ ਘਰੀ ਤੇ ਨਾੜੇ ਜਾਈ। ਅੱਜ ਕੀ ਹੋ ਰਿਹਾ? ਅੱਜ ਚੇਲੇ ਘਰ ਬੈਠੇ ਤੇ ਉਸਤਾਦ ਘਰ ਆ ਕੇ ਪੜ੍ਹਾ ਰਹੇ ਨੇ ਆਨਲਾਈਨ। ਆਹ ਸੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾ, ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਚੇ ਘਰ ਬੈਠੇ ਆ, ਸਕੂਲ ਘਰੇ ਆਏ ਹੋਏ ਨੇ। ਇਹ ਝੂਠ, ਇਹ ਨਹੀਂ ਹੋ ਸਕਦਾ। ਇਹ ਤ੍ਰੈ ਲੋਕੀ ਸੱਤ ਹੈ ਜਿਹੜਾ ਬਾਣੀ ਦੇ ਵਿੱਚ ਕਹਿ ਦਿੱਤਾ ਗਿਆ ਕਿ ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤੇ ਨਾੜੇ ਜਾਈ। ਕਹਿੰਦੇ ਇਹ ਕਾਲ, ਇਹ ਕਲਯੁਗ ਵਰਤੇਗਾ। ਇਹ ਕਲਯੁਗ ਦੀ ਨਿਸ਼ਾਨੀ ਹੋਏਗੀ ਕਿ ਜਿਸ ਦਿਨ ਇਹ ਵਰਤਣ ਲੱਗ ਗਿਆ, ਸਮਝੋ ਕਲ ਦਾ ਪੈਰਾ ਪੂਰੇ ਜ਼ੋਰਾਂ ਤੇ ਸਿਰ ਦੇ ਉੱਤੇ ਹੈ। ਝੂਠਾ ਕੋਈ ਨਹੀਂ ਬਚਾ ਸਕੇਗਾ। ਸਰੀਰ ਨੂੰ ਗੁਰੂ ਨਾ ਆਖ ਦਿਓ, ਕਿਸੇ ਤਸਵੀਰ ਨੂੰ ਨਾ ਪੂਜਣ ਲੱਗ ਜਿਓ, ਕਿਸੇ ਸਰੀਰਿਕ ਨੂੰ ਨਾ। ਸੱਚੇ ਸਤਿਗੁਰ ਤੋਂ ਬਿਨਾਂ ਕਿਸੇ ਦਾ ਇੱਥੇ ਪਾਰ ਉਤਾਰਾ ਨਹੀਂ ਹੋਣਾ। ਇਹ ਕਲਯੁਗ ਦੀ ਨਿਸ਼ਾਨੀ। ਫਿਰ ਸੁਣੋ, ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਚੇਲੇ ਸਾਜ ਵਜਾਉਂਦੇ, ਕਹਿੰਦੇ ਨੱਚਨ ਗੁਰੂ ਬਹੁ ਬਿਦ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤੇ ਨਾੜੇ ਜਾਈ। ਫਿਰ ਕਾਜੀ ਹੋਵੇ ਰਿਸ਼ਵਤੀ। ਕਹਿੰਦੇ ਇੱਥੇ ਫੈਸਲਾ ਕਰਨ ਵਾਲੇ ਨਾ, ਇੱਥੇ ਇਨਸਾਫ ਦੇਣ ਵਾਲੇ ਰਿਸ਼ਵਤੀ ਹੋ ਜਾਣਗੇ। ਜਿਵੇਂ ਮਰਜ਼ੀ ਦਾ ਫੈਸਲਾ ਲੈ ਲਓ, ਜੋ ਮਰਜ਼ੀ ਕਰਾ ਲਓ। ਝੂਠ ਸੱਚ, ਸੱਚ ਝੂਠ, ਸਿਰਫ ਦਮੜਿਆਂ ਕਰਕੇ ਹੋਏਗਾ। ਇਹ ਦਮੜੇ ਦੀ ਗੱਲ ਨਹੀਂ, ਚਮੜੇ ਦੀ ਗੱਲ ਵੀ ਸੁਣੋ। ਚਮ ਦੀ ਗੱਲ ਵੀ ਭਾਈ ਗੁਰਦਾਸ ਜੀ ਕਰਦੇ ਆ। ਕਾਦੀ ਹੋਏ ਰਿਸ਼ਵਤੀ, ਕੂੜ ਕੁਸਤ ਮੁਖੋਂ ਅਲਾਈ। ਤੇ ਕਹਿੰਦੇ ਰਿਸ਼ਤਿਆਂ ਦੀ ਸੁਣੋ, ਫਿਰ ਪਤੀ ਪਤਨੀ ਦੇ ਰਿਸ਼ਤੇ ਕਿਵੇਂ ਹੋਣਗੇ। ਇਹ ਬੜੀ ਵੱਡੀ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਆਮਦ ਵੇਲੇ ਹੀ। ਇਹ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਕਹਿੰਦੇ ਕਿਵੇਂ? ਕਹਿੰਦੇ ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਰਿਸ਼ਤਾ ਦੇਖਣ ਲੱਗਿਆਂ ਇਹ ਨਹੀਂ ਦੇਖਿਆ ਜਾਏਗਾ ਕਿ ਬੱਚਾ ਕਿਹੋ ਜਿਹਾ, ਕਿਹੋ ਜਿਹਾ ਨਹੀਂ ਹੈ, ਅਗਲੇ ਕੋਲ ਕਿੰਨੇ ਮੁਰੱਬੇ ਜ਼ਮੀਨ ਹੈ, ਕਿੰਨਾ ਪੈਸਾ ਹੈ, ਕਿੰਨਾ ਧੇਲਾ, ਇਹ ਦੱਸੋ ਪਹਿਲਾਂ। ਫਿਰ ਕਹਿੰਦੇ ਰਿਸ਼ਤਾ ਵੀ ਨਿਭੇਗਾ ਪਤੀ ਪਤਨੀ ਦਾ ਦਮੜਿਆਂ ਕਰਕੇ। ਤੂੰ ਪੈਸਾ ਲੈ ਕੇ ਆ, ਜਿੱਥੋਂ ਮਰਜ਼ੀ ਲੈ ਕੇ ਆ, ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਚਾਹੀਦਾ। ਇਹ 550 ਸਾਲ ਪੁਰਾਣਾ ਸੱਚ ਹੈ, ਔਰ ਇਹ ਅੱਜ ਵੀ ਸੱਚ ਰਹਿਣਾ। 500 ਸਾਲ ਪਹਿਲਾਂ ਕਿਹਾ ਹੋਇਆ ਭਾਈ ਗੁਰਦਾਸ ਦਾ, ਇਹ ਅੱਜ ਵੀ ਸੱਚ ਹੈ। ਬਾਣੀ ਵਿੱਚੋਂ ਹੀ ਹੈ, ਇਹ ਬਾਣੀ ਦੀ ਕੁੰਜੀ ਹੈ, ਖੋਲੇਗੀ ਬਾਣੀ ਨੂੰ। ਇਸਤਰੀ ਪੁਰਖ ਹੈ ਦਾਮ ਹਿਤ, ਪਤੀ ਤੇ ਪਤਨੀ ਦਾ ਰਿਸ਼ਤਾ ਸਿਰਫ ਦਮੜਿਆਂ ਦਾ ਰਹਿ ਜਾਏਗਾ। ਸੱਚਾ ਪ੍ਰੇਮ ਖਤਮ, ਇਸ਼ਕ ਹਕੀਕੀ ਖਤਮ, ਸਿਰਫ ਦਮੜਿਆਂ ਦਾ ਪ੍ਰੇਮ। ਪੈਸਾ ਹੈ ਤੇ ਉੱਥੇ ਹੀ ਜਾਏਗੀ, ਫਿਰ ਨਾਰ ਵੀ ਤੇ ਉੱਥੇ ਹੀ ਜਾਏਗਾ, ਖਸਮ ਵੀ। ਇਹ ਰਿਸ਼ਤਾ ਨਹੀਂ ਜਿਹਨੂੰ ਬਾਣੀ ਕਹਿੰਦੀ ਹੈ ਕਿ ਧਨ ਫਿਰ ਇਹ ਨਾ ਆਖੀਂ ਪਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋ। ਮੈਂ ਇਸ ਲਈ ਬੇਨਤੀ ਕਰ ਰਿਹਾ, ਜੋ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਵੇਲੇ ਸੱਚ ਸੀ, ਉਹ ਅੱਜ ਵੀ ਸੱਚ ਹੈ। ਉਹ ਤ੍ਰੈ ਲੋਕੀ ਸੱਚ ਹੈ। ਬਸ ਸਮਾਂ ਮੇਰਾ 5-7 ਮਿੰਟ ਰਹਿ ਗਿਆ, ਕਿਉਂਕਿ ਵਿਚਾਰ ਤਕਰੀਬਨ 9 ਵਜੇ ਸ਼ੁਰੂ ਹੋਈ ਹੈ, ਤੇ ਇਸ ਕਰਕੇ ਮੈਂ
ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ, ਅਤ ਸਤਿਕਾਰਯੋਗ। ਸਿਰਫ ਮੈਂ 5-7 ਮਿੰਟ ਇਹ ਬੇਨਤੀ ਕਰਕੇ ਤੇ ਬਾਕੀ ਪ੍ਰਕਾਸ਼ ਦੀਆਂ ਜਿਹੜੀ ਸਤਿਗੁਰੂ ਜੀ ਦੀਆਂ ਸਾਖੀਆਂ ਨੇ ਬਾਣੀ ਵਿੱਚੋਂ, ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ, ਇਹ ਕੱਲ ਨੂੰ ਵਿਚਾਰਾਂਗੇ ਜਾਂ ਅੱਜ ਸ਼ਾਮ ਦੀ ਵਿਚਾਰਾਂਗੇ। ਪਰ ਪਹਿਲਾਂ ਹਾਲ ਕੀ ਸੀ? ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਿਥਾਂ ਜਾਈ, ਪਤਨੀ ਕਹੇਗੀ ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲੈ ਕੇ ਆ। ਮਹਾਰਾਜ ਕਹਿੰਦੇ ਇਹ ਕਾਹਦਾ ਹੋਇਆ ਫਿਰ ਰਿਸ਼ਤਾ ਭਾਈ? ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਆਪ ਕਰਦੇ ਹੈ। ਰੰਨਾਂ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ। ਰੰਨਾਂ ਬੋਧੀਆਂ ਹੋ ਜਾਣਗੇ। ਬੋਧੀਆਂ ਦਾ ਮਤਲਬ ਬੋਧ ਧਰਮ ਨਹੀਂ, ਮਤ ਤੇ ਬੁੱਧ ਤੋਂ ਪੁੱਠੀਆਂ ਹੋ ਜਾਣਗੀਆਂ। ਪਤੀ ਪਾਪ ਕਰੇਗਾ, ਰੰਨਾਂ ਸਮਝਾਉਣਗੀਆਂ ਕਿ ਪਾਪ ਕਰਨਾ ਹੈ ਨਹੀਂ ਕਰਨਾ, ਉਹ ਤੇ ਛੱਡ ਦੋ ਕਿ ਤੂੰ ਝੂਠ ਬੋਲਿਆ, ਤੂੰ ਪਾਪ ਕੀਤਾ, ਸਮਝ ਜਾਓ। ਕਹਿਣਗੇ ਨਹੀਂ ਨਹੀਂ ਨਹੀਂ, ਠੀਕ ਕੀਤਾ, ਕਰੀ ਚੱਲ। ਪੁਰਖ ਹੋਏ ਸਯਾਦ। ਸਯਾਦ ਕਹਿੰਦੇ ਸ਼ਿਕਾਰੀ। ਤੇ ਸਾਡੇ ਖਾਲਸੇ ਬੋਲੀ 'ਚ ਸ਼ਿਕਾਰੀ ਪਤਾ ਕਿਹਨੂੰ ਕਿਹਾ ਜਾਂਦਾ? ਸ਼ਿਕਾਰੀ ਉਹਨੂੰ ਕਿਹਾ ਜਾਂਦਾ ਜਿਸ ਮਰਦ ਦੀ ਸਦਾ ਹੀ ਨਜ਼ਰ ਪਰਾਈ ਔਰਤ ਤੇ ਰਹਿੰਦੀ ਹੈ, ਜਿਹਨੂੰ ਬਾਣੀ ਕਹਿੰਦੀ ਪਰ ਧਨ ਪਰ ਦਾਰਾ ਪਰ ਹਰੀ, ਤਾਕੈ ਨਿਕਟ ਵਸੈ ਨਰ ਹਰੀ। ਉਹਦੇ ਹਿਰਦੇ 'ਚ ਪ੍ਰਭੂ ਵਸੇਗਾ। ਨਾਮਦੇਵ ਜੀ ਕਹਿੰਦੇ ਜਿਹਦੇ ਅੰਦਰੋਂ ਪਰ ਧਨ ਤੇ ਪਰ ਤਨ ਦੀ ਪਿਆਸ ਮਿਟੇਗੀ। ਇਸ ਕਰਕੇ ਜੋ ਨਾ ਭਜਨਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰੂੰ, ਦਰਸ਼ਨਾ ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ਼ ਤੈਸੇ ਹੋਏ ਨਰਾ। ਇਹ ਹਾਲ ਹੈ। ਰੰਨਾਂ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ। ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ। ਕਹਿੰਦੇ ਖਾਣਾ ਉਹ ਹੋ ਜਾਏਗਾ ਜਿਹੜਾ ਖਾਣ ਜੋਗਾ ਨਹੀਂ ਹੈ। ਬਾਹਰ ਕਰਕੇ ਵੀ, ਢਿੱਡ ਦੀ ਭੁੱਖ ਕਰਕੇ ਵੀ ਜੋ ਨਹੀਂ ਚਾਹੀਦਾ ਸਰੀਰ ਨੂੰ ਉਹ ਖਾਵਾਂਗੇ, ਤੇ ਮਨ ਦੀ ਭੁੱਖ ਕਰਕੇ ਵੀ ਉਹ ਖਾ ਰਹੇ ਹਾਂ ਜਿਹੜੀ ਮਨ ਨੂੰ ਲੋੜ ਨਹੀਂ ਹੈ। ਉਹ ਨਹੀਂ ਖਾਦਾ ਜਿਹਦੀ ਲੋੜ ਹੈ ਆਤਮਾ ਨੂੰ। ਖਾਣਾ ਖਾਜ ਆਹਾਜ ਹੋ ਗਿਆ। ਕਹਿੰਦੇ ਇਸ ਇੱਥੋਂ ਤੱਕ ਸੀਲ ਕਹਿੰਦੇ ਆ ਕਰੈਕਟਰ। ਕਰੈਕਟਰ ਕਿਸੇ ਦਾ ਸੱਚਾ ਨਹੀਂ ਹੋਏਗਾ। ਨਾ ਸੰਜਮ, ਸੀਲ ਸੰਜਮ। ਸੁੱਚ, ਸੁੱਚ ਤੇ ਗਾਲੀ ਛੱਡ ਦੋ। ਜਿੱਥੇ ਕੁੱਤੇ ਦਾ ਸੁਭਾਅ ਆ ਗਿਆ ਨਾ, ਮਹਾਰਾਜ ਕਹਿੰਦੇ ਉੱਥੇ ਝੂਠ ਹੀ ਝੂਠ ਹੈ, ਫਿਰ ਸੱਚ ਤੇ ਹੋ ਹੀ ਨਹੀਂ ਸਕਦਾ। ਕਿਉਂਕਿ ਏਕ ਸਵਾਨ ਦੋਏ ਸਵਾਨੀ ਨਾਲ, ਸ੍ਰੀ ਰਾਗ ਮਹੱਲਾ ਪਹਿਲਾ, ਕਿ ਮਨ ਦੇ ਅੰਦਰ ਦੋ ਕੁੱਤੀਆਂ ਤੇ ਇੱਕ ਕੁੱਤਾ ਭੋਗਦਾ। ਦੋ, ਏਕ ਸਵਾਨ ਇੱਕ ਕੁੱਤਾ ਲੋਭ ਦਾ, ਦੋਏ ਸਵਾਨੀ ਈਰਖਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ। ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਸਵੇਰੇ ਉੱਠਦੇ ਸਾਰ ਬੰਦਾ ਉੱਠਦਾ, ਇਹ ਭੌਂਕਣੇ ਸ਼ੁਰੂ ਕਰ ਦਿੰਦੇ। ਕੂੜ ਚੁੜਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਮਹਾਰਾਜ ਕਹਿੰਦੇ ਬਾਹਰੋਂ ਬੜਾ ਸੋਹਣਾ, ਚਮੜੀ ਬੜੀ ਸਵਾਰੀ ਹੈ, ਕੱਪੜੇ ਸੋਹਣੇ ਪਾਏ, ਅੰਦਰੋਂ ਮਹਾਰਾਜ ਜੀ ਕਹਿੰਦੇ ਹੈ ਧਾਨਕ ਹੈ, ਖਤਰਨਾਕ ਹੈ। ਤੁਰਿਆ ਹੁਣ ਬਸ ਵੱਢਣ ਵਾਸਤੇ, ਜਣਾ ਵਾਸਤੇ, ਐ ਨਚੋੜਨ ਵਾਸਤੇ ਤੁਰਿਆ। ਬਾਹਰੋਂ ਤੂੰ ਧਰਮੀ ਹੈ, ਬਾਹਰੋਂ ਕਹਿੰਦਾ ਨਹੀਂ ਜੀ ਨਹੀਂ ਮੈਂ ਵੈਸ਼ਨੂ ਹਾਂ, ਪਰ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਧਾਮ ਭਰੇ, ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿੰਦੇ ਬਾਹਰੋਂ ਬੜਾ ਧਰਮੀ ਹੈ, ਚਿੱਟੇ ਕੱਪੜੇ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਹੈ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਅੰਦਰ ਇਹ ਹਾਲ ਹੈ, ਇਹ ਹਾਲ ਹੈ। ਇਸ ਕਰਕੇ ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ। ਸ਼ਰਮ ਗਿਆ ਘਰ ਆਪਣਾ, ਪੱਤ ਉੱਠ ਚੱਲੀ ਨਾਲ, ਨਾ ਸ਼ਰਮ ਰਹੀ ਤੇ ਨਾ ਇੱਜ਼ਤ ਰਹੀ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਇਹ ਹਾਲ ਸੀ। ਇਹ ਕੁਛ ਵਰਤ ਰਿਹਾ ਸੀ। ਜਿਹੜੇ ਜਿਹੜੇ ਉਦਾਹਰਣ ਆਪ ਸੰਗਤਾਂ ਨੇ, ਹਜੇ ਪ੍ਰਕਾਸ਼ ਨਹੀਂ, ਹਜੇ ਆਮਦ ਤੋਂ ਪਹਿਲਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਇਸ ਧਰਤੀ ਤੇ ਕਹਿਰ ਵਰਤਿਆ। ਕਹਿਰ ਪਹਿਲਾਂ ਬਾਬੇ ਪਾਇਆ, ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ। ਰੇ ਤੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡਾ ਭਾਗ, ਹਰਸਿਓ ਬਨਿਆਈ। ਬਾਬਾ ਪੈਦਾ ਸੱਚਖੰਡ ਨੌਨਿਧ ਨਾਮ, ਗਰੀਬੀ ਪਾਈ। ਅੱਗੇ ਦੇਖੋ, ਬਾਬਾ ਦੇਖੈ ਧਿਆਨ ਧਰ। ਇਹ ਬਚਨ ਅੱਜ ਦੀ ਕਥਾ ਦਾ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਇਹ ਸੀ ਗੁਰੂ ਨਾਨਕ ਸਾਹਿਬ ਦੀ ਆਮਦ ਦਾ ਕਾਰਨ। ਇਸ ਕਰਕੇ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ, ਜਾਂ ਮੇਰੇ ਜਾਂ ਤੁਹਾਡੀ ਜਾਂ ਸਿੱਖਾਂ ਲਈ ਨਹੀਂ, ਸਾਰੀ ਪ੍ਰਿਥਵੀ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਬਾਜੋ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ। ਹਾਏ ਹਾਏ ਹੈ ਸਾਰੇ ਪਾਸੇ। ਤੇ ਫਿਰ ਬਾਬੇ ਭੇਸ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਨ ਧਰਤ ਲੁਕਾਈ, ਚੜਿਆ ਸੋਧਨ ਧਰਤ ਲੁਕਾਈ। ਸ਼ਾਮ ਦੀ ਵਿਚਾਰਾਂ 'ਚ ਚੜਿਆ ਸੋਧਨ ਧਰਤ ਲੁਕਾਈ ਦਾ ਵਿਸ਼ਾ ਰੱਖਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦਿਆਂ ਅੱਜ ਦੀ, ਕਿਉਂਕਿ ਅਜੇ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਬਾਣੀਆਂ ਕਹਾਣੀਆਂ ਹੀ, ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਜਿਹੜੀ ਹੈ ਨਾ, ਧਰਤੀ ਦੀ ਜ਼ਰਰੇ ਜ਼ਰਰੇ ਦੀ ਪੁਕਾਰ ਸੀ।
ਤੇ ਭਲਿਓ ਜੇ ਤੁਸੀਂ ਐਵੇਂ ਪੁਕਾਰੋਗੇ ਨਾ ਮਨ ਕਰਕੇ ਉਮਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤੋਂ ਨਦਰ ਨਾ ਪਾਈ। ਭਟਕਦੇ ਰਹੋਗੇ ਤੇ ਫਿਰ ਨਦਰ ਨਹੀਂ, ਪਰ ਜੇ ਇਉਂ ਆਵਾਜ਼ ਮਾਰੋਗੇ ਫਿਰ ਮੇਰਾ ਹੀ ਹੈ ਰਤਨ ਨਾਮ ਹਰ ਬਸਿਓ ਗੁਰ ਹਾਥ ਧਰਿਓ ਮੇਰੇ ਮਾਥੇ, ਫਿਰ ਗੁਰੂ ਕਿਰਪਾ ਕਰਨਗੇ। ਸਤਿਗੁਰੂ ਜੀ ਮਿਹਰ ਕਰਨ। ਇੰਨ ਕੁ ਵਿਚਾਰਾਂ ਦੇ ਨਾਲ ਆਪ ਖਿਮਾ ਬਖਸ਼ੋ। ਸ਼ਾਮ ਦੇ ਦੀਵਾਨਾਂ ਦੇ ਵਿੱਚ ਫਿਰ ਸਤਿਗੁਰੂ ਜੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਣ। ਆਪ ਸੰਗਤਾਂ ਦੀ ਸੇਵਾ ਕਰੀਏ। ਬਹੁਤ ਆਨੰਦ ਆਪ ਸੰਗਤਾਂ ਦੇ ਦਰਸ਼ਨ ਕਰਕੇ ਜੀ। ਆਓ ਜੀ ਹੁਣ ਭਾਈ ਸਾਹਿਬ ਜੀ ਪਾਸੋਂ ਇਸੀ ਪ੍ਰੇਮ ਦੇ ਵਿੱਚ ਜੁੜ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਮੇਰੀ ਭੁਲਾਂ ਗਲਤੀਆਂ ਚਿਤਾਰਿਓ ਨਾ, ਮੇਰੀ ਝੋਲੀ ਪਾਇਓ ਜੀ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਆਖੋ ਜੀ, ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁੰਦਰ ਵਿਚਾਰਾਂ ਭਾਈ ਸਾਹਿਬ ਡਾਕਟਰ ਮਨਪ੍ਰੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੋਧੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਵੇਲੇ ਆਓ ਜੀ ਭਾਈ ਸਾਹਿਬ ਜੀ ਆਏ ਨਾ ਖਾਲਸਾ। ਥੋੜਾ ਲੇਟ ਹੋ ਗਿਆ ਪ੍ਰੋਗਰਾਮ, ਕੋਈ ਗੱਲ ਨਹੀਂ। ਹੋ ਗਿਆ ਆਰਾਮ ਹੋਇਆ ਆਰਾਮ ਤੁਹਾਡਾ ਤੇ ਬਿਲਕੁਲ ਕੋਈ ਨਹੀਂ। ਉਹਨਾਂ ਹਾਲਾਤਾਂ ਦੀ ਚਰਚਾ ਨਾਲ ਆਰੰਭ ਕਰਦੇ ਭਾਈ ਸਾਹਿਬ ਜੀ ਨੇ ਬਹੁਤ ਹੀ